वाहिगुरु जी का खालसा वाहिगुरु जी की फतेह। पतित पावन भगत वत्सल करुणा निधान कलयुग के बोहित धन धन साहिब श्री गुरु ग्रंथ साहिब जियां दी अगमी गोद दा आनंद माण रही। सर्वत साध संगत जियो बड़ भागड़े हो जिन्हां नूं इस सुभागियां घड़ियां गुरु चरनां विच बिताउण दा वक्त प्राप्त हुंदा है। आओ इस समय नूं सतगुरां दे प्यार विच सफला बनाइए। सच्चे पातशाह जी की पावन जीवन कथा जिस दे एक एक पल दा आप जी आनंद माणदे आ रहे हो। श्रवण कीता सी जदों साहा चिट्ठी सतगुरां दे नगर पहुंची है। राय बुलार जी के पास सतगुरां दे पिता जी गए ने। सुभावक उन्हां दी रसना तो कुछ शब्द निकले जिन्हां दा अफसोस राय बुलार जी ने कीता, कुछ ताड़ना भी की। सतगुरां दे विआह दी खुशी दे विच उन्हां ने अपने पासों कीमती घोड़े, कुछ पालकियां, कुछ गड्ढे, कुछ रथ ते कीमती वस्तु तोहफे वजों भेंटा कीतियां ने। सतगुरां दे पिता जी नूं अवला चाह है पुत्र दे विआह दा। इन्हां दा सहुरा परिवार सतगुरां दे नानके ते वेदी वंश ने अपने इस नगर दे विच जो शगन सानू कीते ने, उस समय का हाल भाई बाला जी ने जो अखी वेखे है वो बयान किया है। आओ कुछ समा उस पुराने दौर में चलीए जदों मेरे शहनशाह सच्चे पातशाह जी की बरात दीयां तैयारियां चल रही। प्रेम दी पाओ सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा एक मेरी तुम नहीं लखो है सब ही की लाज। गम ने हो अबे विलंब तज सुंदर सज साज। भाई बाला जी इस अगमी कथा नूं सुभावक रसना तो वर्णन कर रहे हैं। सतगुरां दे सत्कारयोग पिता कल्याण चंद जी राय बुलार जी नूं खुशखबरी सुना के जिस वेले घर आए ने, चा इन्ना सी धरती ते पैर नहीं लगदे। खुशी खुशी सारियां नूं बुलाउंदे फिरदे ने। सब तो पहला बेदियां दी वंश नूं कोल मिला के डांटिया उन्हां ने अपने शरीके भाईचारे। जे बरात वक्त नाल ना पहुंची बड़ी बड़ी जलालत होएगी, बदनामी मनी जाती है। क्योंकि इथों सुल्तानपुर लोधी जाना है, फिर सुल्तानपुर लोधी तो वक्त रहिंदे पक्को के रंधावे पहुंचना, सफर बहुत वड्डा है। आखण लगे कि कली मेरी इज्जत नहीं है, तुहाडी सारियां दी सांझी इज्जत है। जे बरात समय नाल वक्त नाल ना पहुंची, लोकां ने ये नहीं कहना भी पटवारी दे पुत्र दी बरात लेट आई है। लोकी कहणगे बेदी लोग
ਆਪਣੀਆਂ ਕੁਲ ਦੀਆਂ ਰਵਾਇਤਾਂ ਦੇ ਵਿੱਚ ਵੀ ਪਛਾੜੀ ਜਾਂਦੇ ਨੇ। ਸਤਿਗੁਰਾਂ ਦੇ ਪਿਤਾ ਨੇ ਇਹ ਬਚਨ ਬੜੀ ਜ਼ਿੰਮੇਵਾਰੀ ਦੇ ਨਾਲ, ਸ਼ਿੱਦਤ ਦੇ ਨਾਲ ਆਪਣੀ ਬੇਦੀ ਵੰਸ ਨੂੰ ਆਖੇ ਨੇ। ਸੁਣ ਸ਼ਰੋਨਨ ਬੇਦੀ ਸਭੇ, ਬਾਨੇ ਭਲੇ ਬਣਾਈ। ਲੈ ਧਨ ਨਿਜ ਨਿਜ ਧਾਮ ਤੇ, ਚਲੇ ਚਤਰ ਚਿਤ ਚਾਈ। ਜਿਸ ਵੇਲੇ ਮਹਿਤਾ ਕਾਲੂ ਜੀ ਦੇ ਬਚਨਾਂ ਨੂੰ ਸਾਰੇ ਗਵਾਂਢੀਆਂ ਨੇ, ਸ਼ਰੀਕੇ ਨੇ ਸੁਣਿਆ, ਕਹਿੰਦੇ ਜੀ ਸੋਹਣੇ ਸੋਹਣੇ ਕੱਪੜੇ ਪਾ ਲਏ ਸਾਰਿਆਂ ਨੇ। ਉਹਨਾਂ ਸਮਿਆਂ ਦੇ ਦੌਰ ਦੇ ਕੱਪੜੇ ਮਰਦ ਜ਼ਿਆਦਾਤਰ ਕੁੜਤੇ ਨਾਲ ਚਾਦਰ ਹੀ ਲਾਉਂਦੇ ਸੀ। ਉਦੋਂ ਰੁਝਾਨ ਸਨ, ਸੋਹਣੀਆਂ ਪੱਗਾਂ ਦਸਤਾਰਾਂ ਉਦੋਂ ਬੰਨਣੀਆਂ। ਆ ਟੂਟੀ ਵਾਲੀਆਂ ਪੱਗਾਂ ਦਾ ਰਿਵਾਜ ਨਹੀਂ ਸੀ ਹੁੰਦਾ, ਗੋਲ ਕਰਕੇ ਸ਼ਮਲੇ ਵਾਲੇ। ਉਹਨਾਂ ਸਮਿਆਂ ਦੇ ਲੋਕ ਆਮ ਤੌਰ ਤੇ ਬੰਨ੍ਹਦੇ ਸੀ। ਕਹਿੰਦੇ ਸਭ ਨੇ ਮਾਵਾ ਚਾੜਿਆ ਆਪਣੇ ਆਪਣੀਆਂ ਪੱਗਾਂ ਨੂੰ। ਅੱਗੇ ਮਾਵੇ ਵਾਲੀਆਂ ਪੱਗਾਂ ਦਾ ਟ੍ਰੈਂਡ ਸੀ, ਰਿਵਾਜ ਸੀ। ਸੋਹਣੇ ਸੋਹਣੀਆਂ ਪਗੜੀਆਂ ਬੰਨੀਆਂ, ਰੰਗਦਾਰ ਕੱਪੜੇ ਪਾਏ, ਚਿੱਟੇ ਚਾਦਰੇ, ਰੰਗਦਾਰ ਕੁੜਤੇ। ਫਿਰ ਉਹਨਾਂ ਨੇ ਖੂਬ ਮਾਇਆ ਇਕੱਠੀ ਕੀਤੀ। ਆਪਣੇ ਆਪਣੇ ਘਰ ਤੋਂ ਜਿੰਨੀ ਸਰਦੀ ਬਣਦੀ ਮਾਇਆ ਸੀ ਸ਼ਗਨ ਵਿੱਚ ਖਰਚਣ ਦੇ ਲਈ, ਲੈ ਲੈ ਕੇ ਘਰ ਤੋਂ ਨਿਕਲੇ ਹਨ। ਸਵਈਆ ਕੰਚਨ ਭੂਖਣ ਪਾਏ ਕਨੇ, ਨਗ ਬੀਚ ਬਨੇ ਜਿਨ ਕੀ ਚਮਕਾਵੇ। ਜਿੱਥੇ ਔਰਤਾਂ ਸ਼ਿੰਗਾਰ ਕਰਦੀਆਂ ਨੇ, ਉੱਥੇ ਉਹਨਾਂ ਵਕਤਾਂ ਵਿੱਚ ਮਰਦ ਵੀ ਸ਼ਿੰਗਾਰ ਕਰਦੇ ਸੀ। ਸੋਨਾ ਉਦੋਂ ਖਾਸ ਗਹਿਣਾ ਨਹੀਂ ਸੀ ਹੁੰਦਾ, ਖਾਸ ਧਾਤੂ ਨਹੀਂ ਸੀ ਹੁੰਦੀ। ਤਾਂਬਾ, ਜਿਸਤ, ਪਿੱਤਲ ਅਤੇ ਸੋਨਾ ਸਭ ਦੇ ਰੇਟ ਬਰਾਬਰ ਸੀ ਤੇ ਸਭ ਲੋਕਾਂ ਦੇ ਘਰਾਂ ਵਿੱਚ ਆਮ ਸਨ। ਈਸਟ ਇੰਡੀਆ ਕੰਪਨੀ ਦੇ ਆਉਣ ਤੋਂ ਪਹਿਲਾਂ ਲੋਕਾਂ ਦੇ ਘਰਾਂ 'ਚ ਟੋਕਰੇ ਭਰੇ ਪਏ ਸੀ ਸੋਨੇ ਦੇ। ਜਦ ਗੋਰਿਆਂ ਨੇ ਆ ਕੇ ਇਸ ਪੰਜਾਬ ਨੂੰ ਲੁੱਟਿਆ, ਭਾਰਤ ਦੇਸ਼ ਨੂੰ ਲੁੱਟਿਆ, ਅੱਜ ਵੀ ਅਰਬਾਂ ਮੀਟ੍ਰਿਕ ਟਨ ਸੋਨਾ ਮੰਦਰਾਂ ਦੀਆਂ ਗੁਫਾਵਾਂ ਵਿੱਚ ਰੁਲਦਾ ਹੈ, ਅੱਜ ਵੀ ਪਿਆ। ਪਰ ਉਹਨਾਂ ਸਮਿਆਂ ਦੇ ਵਿੱਚ ਕੋਈ ਬਹੁਤੀ ਲਿਆਕਤ ਨਹੀਂ ਸੀ ਸੋਨੇ ਦੀ। ਸਿਰਫ ਸ਼ਿੰਗਾਰ ਵਜੋਂ ਲੋਕੀ ਵਰਤਦੇ ਸੀ। ਕੀਮਤੀ ਨਗ ਲਾ ਕੇ, ਕਹਿੰਦੇ ਮੋਢਿਆਂ ਦੇ ਵਿੱਚ ਬਹੁਤੇ ਪਾਏ ਆ ਸੋਨੇ ਦੇ ਬਣਾ ਕੇ, ਗਲਾਂ ਵਿੱਚ ਵੱਡੇ ਵੱਡੇ ਕੈਂਠੇ ਪਾਏ ਹੋਏ ਆ ਸੋਨੇ ਦੇ ਬਣਾ ਕੇ। ਕਿਸੇ ਨੇ ਹਾਥੀ ਦੰਦਾਂ ਦਾ ਸ਼ਿੰਗਾਰ। ਉਹਨਾਂ ਸਮਿਆਂ ਦਾ ਸਭ ਤੋਂ ਕੀਮਤੀ ਗਹਿਣਾ ਸੀ ਹਾਥੀਆਂ ਦੇ ਦੰਦ। ਉਹ ਹਾਥੀ ਵੀ ਉਹ ਸੀ ਜਿਹੜੇ ਥਾਈਲੈਂਡ ਵਿੱਚ ਪਾਏ ਜਾਂਦੇ, ਸਫੇਦ ਹਾਥੀ। ਤੇ ਪੁਰਾਣੇ ਰਾਜੇ ਮਹਾਰਾਜਿਆਂ ਦੇ ਤੁਸੀਂ ਜਦੋਂ ਜਾ ਕੇ ਵੇਖੋਗੇ ਨਾ, ਗਹਿਣੇ ਬਣੇ ਹੋਏ ਹਾਥੀ ਦੰਦਾਂ ਦੇ ਹੋਣਗੇ, ਸੋਨਾ ਕੁਝ ਵੀ ਨਹੀਂ ਹੋਣਾ ਸੀ। ਅੱਜ ਵੀ ਹਾਥੀ ਦੰਦ ਸਭ ਤੋਂ ਮਹਿੰਗਾ ਹੈ। ਕਹਿੰਦੇ ਉਹਨਾਂ ਲੋਕਾਂ ਨੇ ਹਾਥੀ ਦੰਦਾਂ ਦੇ ਬਣੇ ਹੋਏ ਗਹਿਣੇ ਆਪਣੇ ਸਰੀਰ ਤੇ ਪਹਿਨੇ ਨੇ। ਕੰਕਨ ਅੰਗਦ ਕੁੰਡਲ ਤੇ, ਮੁਖ ਮੰਡਲ ਸੁੰਦਰ ਕੋਦਰ ਸਾਵੇਂ। ਬੜੇ ਸੋਹਣੇ ਰੂਪ ਉਹਨਾਂ ਲੋਕਾਂ ਨੇ ਸ਼ਿੰਗਾਰ ਲਏ। ਬੇਦੀਆਂ ਦੀ ਵੰਸ ਨੇ ਸਭ ਤੋਂ ਵੱਧ ਸੋਨਾ ਚਾਂਦੀ ਉਹਨਾਂ ਲੋਕਾਂ ਨੇ ਕੜਿਆਂ ਦੇ ਰੂਪ ਵਿੱਚ ਪਾਇਆ ਹੋਇਆ, ਕਿਉਂਕਿ ਬੇਦੀ ਕਹਿੰਦੇ ਕਹਾਉਂਦੇ ਸੀ ਵੇਦਾਂ ਨੂੰ ਪੜ੍ਹਨ ਵਾਲੇ ਨੇ ਖੱਤਰੀਆਂ ਦੀ ਵੰਸ ਹੈ। 4 ਵਰਨਾਂ ਦੇ ਵਿੱਚੋਂ ਸਭ ਤੋਂ ਉੱਚਾ ਵਰਨ ਮੰਨਿਆ ਜਾਂਦਾ ਹੈ ਖੱਤਰੀ। ਪੜ੍ਹਨ ਵਿੱਚ ਵੀ ਖੱਤਰੀ, ਬ੍ਰਾਹਮਣ, ਸੂਦ, ਵੈਸ। ਬ੍ਰਾਹਮਣ ਬਾਅਦ ਵਿੱਚੋਂ ਹੈ, ਪਹਿਲਾਂ ਖੱਤਰੀ ਹੈ, ਕਿਉਂਕਿ ਬ੍ਰਾਹਮਣ ਵੀ ਖੱਤਰੀਆਂ ਦੀ ਚਮਚਾਗਿਰੀ ਕਰਦਾ ਸੀ। ਉਹ ਵੀ ਉਹਨਾਂ ਦੇ ਘਰ ਦਾ ਬ੍ਰਾਹਮਣ ਹੁੰਦਾ ਸੀ। ਤੇ ਸਤਿਗੁਰਾਂ ਦੇ ਪਿਤਾ ਜੀ ਨੇ ਤੇ ਜਿਹੜੇ ਸ਼ਿੰਗਾਰ ਕੀਤੇ, ਕਵੀ ਕਹਿੰਦੇ ਲੋਹੜਿਆਂ ਦੇ ਕੀਤੇ ਹੋਏ ਆ, ਬਹੁਤ ਕੁਝ ਪਾਇਆ ਹੋਇਆ, ਅਤਰ ਫਲੇਟ ਲਾਏ ਹੋਏ ਨੇ, ਕਿਉਂਕਿ ਪੁੱਤਰ ਦਾ ਵਿਆਹ ਹੈ, ਖੁਸ਼ੀ ਕਿਉਂ ਨਾ ਹੋਵੇ। ਬੇਦੀਆਂ ਦੀ ਵੰਸ ਨੇ ਆਪਣੇ ਵੱਲੋਂ ਧੜਾ ਗਹਿਣੇ ਪਾਏ, ਵਸਤੂਆਂ ਚੱਕੀਆਂ, ਕੱਪੜਿਆਂ ਦੀਆਂ ਫੰਡਾਂ ਗੱਡੀਆਂ 'ਚ ਲੱਦ ਲਈਆਂ ਨੇ ਜੋ ਬਰਾਤ ਵਿੱਚ ਪਾਉਣੀਆਂ ਨੇ। ਕਿਉਂਕਿ ਇਹ ਬਰਾਤ ਕੋਈ 1-2 ਘੰਟੇ ਦੀ ਤੇ ਹੈ ਨਹੀਂ ਵੀ ਇੱਕ ਸੂਟ ਪ੍ਰੈਸ ਕਰਕੇ ਪਾਇਆ, ਸ਼ਾਮੀ ਆ ਕੇ ਹੈਂਗਰ ਤੇ ਟੰਗ ਦੇਣਾ, ਸਾਫ ਸੁਥਰਾ ਹੀ ਰਹਿੰਦਾ। ਕੋਈ ਪਤਾ ਨਹੀਂ ਕਿੰਨੇ ਦਿਨ ਲੱਗ ਜਾਣੇ। ਘੱਟੋ ਘੱਟ ਇਹ ਬਰਾਤ ਦਾ ਜਿਹੜਾ ਸਮਾਂ ਨਾ, ਐਸਟੀਮੇਟ ਘੱਟ ਤੋਂ ਘੱਟ ਇਹ ਸੀ 18 ਦਿਨਾਂ ਤੋਂ ਵੱਧ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਰਾਤ ਅਨੋਖੀ ਇਸ ਕਰਕੇ ਸੀ, ਇਸ ਬਰਾਤ ਨੂੰ 18 ਦਿਨ ਲੱਗੇ ਜਾਣਾ ਤੇ ਆਉਣਾ। ਇਹ ਨਹੀਂ ਅੱਜ ਦੇ ਸਮੇਂ ਬਰਾਤ ਜਾਂਦੀ ਹੈ, ਜਾਂਦੇ ਬੜਾ ਰੌਲਾ ਪਾਉਂਦੇ ਆ, ਆਉਂਦੇ 5-4 ਗੱਡੀਆਂ ਚੁੱਪ ਚਪੀਤੇ ਨਿਕਲ ਆਉਂਦੇ ਆ। ਪਰ ਉਹਨਾਂ ਸਮਿਆਂ ਵਿੱਚ ਜਿਸ ਰੂਪ 'ਚ ਬਰਾਤ ਨੇ ਜਾਣਾ, ਉਸੇ ਰੂਪ ਦੇ ਵਿੱਚ ਵਾਪਸ ਆਉਣਾ, ਕਿਉਂਕਿ ਵਿਸ਼ਾਲ ਹੈ, ਜਿਵੇਂ ਨਗਰ ਕੀਰਤਨ ਹੁੰਦੇ ਆ। ਹੁਣ ਇੱਥੇ ਬਹੁਤ ਵੱਡੀ ਬਰਾਤ ਦੀ ਤਿਆਰੀ ਕੀਤੀ ਜਾ ਰਹੀ ਹੈ। ਬੇਦੀਆਂ ਦੀ ਵੰਸ ਹੋ ਗਈ। ਸਤਿਗੁਰਾਂ ਦੇ ਨਾਨਕੇ ਪਿੰਡ ਜੋ ਪਿਤਾ ਜੀ ਦਾ ਸਹੁਰਾ ਪਰਿਵਾਰ ਹੈ, ਕਹਿੰਦੇ ਉਹ ਵੀ ਗਾੜੇਗੇ।
सब ने खूब अज तैयारियां खिंचियां ने। माल विशाल भले गर धार अमोल दकूल लिए मन भावे। मोढियां दे उत्ते रंगदार दुपट्टे रखे हुए ने, चादरे जिन्हां दीयां किनारियां ते लैसां लगियां ने, कीमती मोती लगे हुए आ। कहंदे एक खास तैयारी सी। राजे महाराजे ऐसियां पोशाकां पाउंदे ने। शीशन पै सिर पीछ बदे धर के कलगी अदकाई सुहावे। ਜਿਹੜੇ ਨੌਜਵਾਨ ਨੇ ਉਹਨਾਂ ਨੇ ਆਪਣੇ ਸਿਰਾਂ ਤੇ ਸੋਹਣੀਆਂ ਦਸਤਾਰਾਂ ਬੰਨ੍ਹ ਕੇ ਕਲਗੀਆਂ ਲਾਈਆਂ ਹੋਈਆਂ ਨੇ। ਅੱਜ ਦੇ ਸਮੇਂ ਤੇ ਸਿਰਫ ਇੱਕ ਲਾੜਾ ਹੀ ਕਲਗੀ ਲਾਉਂਦਾ ਹੈ, ਪੁਰਾਣੇ ਸਮੇਂ ਸਾਰੀ ਬਰਾਤ ਕਲਗੀਆਂ ਲਾ ਕੇ ਰੱਖਦੀ ਸੀ। ਇਹ ਉਹਨਾਂ ਸਮਿਆਂ ਦੇ ਦੌਰ ਸਨ, ਸੁਭਾਵਿਕ ਸਮਾਂ ਸੀ ਉਦੋਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਅਜੇ ਵੀ ਮੋਦੀਖਾਨੇ ਤੇ ਮੋਦੀਖਾਨੇ ਦੀ ਕਿਰਤ ਉਦੋਂ ਹੀ ਕਰਦੇ ਨੇ। ਇੱਧਰ ਦੇਖੋ ਧੜਾ ਧੜ ਤਿਆਰੀਆਂ ਚੱਲਦੀਆਂ ਨੇ, ਕਿੰਨਾ ਜੋਸ਼ ਹੈ, ਕਿੰਨਾ ਚਾਅ ਹੈ, ਪਰ ਗੁਰੂ ਪ੍ਰੀਤਮ ਸਤਿਗੁਰੂ ਸਹਿਜ ਸੁਭਾਅ ਤੇਰਾ ਤੇਰਾ ਤੋਲਦੇ ਨੇ। ਦੋਹਰਾ ਸ਼ੈਲ ਸ਼ਬੀਲੇ ਛਬ ਪਰੇ ਛਾਪ ਛਲਾਇਨ ਹੱਥ। ਹੱਥ ਲੋਕਾਂ ਦੇ ਛਾਪਾਂ ਛੱਲਿਆਂ ਨਾਲ ਭਰੇ ਨੇ, ਮੋਢਿਆਂ ਤੇ ਉਹਨਾਂ ਨੇ ਸੋਹਣੀਆਂ ਡਾਂਗਾਂ ਰੱਖੀਆਂ ਹੋਈਆਂ ਕਿਉਂਕਿ ਸ਼ਿੰਗਾਰ ਸਨ। ਢੋਲੀ ਬੁਲਾ ਲਏ, ਘਰੇ ਨੱਚਣਾ ਗਾਉਣਾ ਹੋਇਆ, ਗੱਡਿਆਂ ਨੂੰ ਕਤਾਰਾਂ ਵਿੱਚ ਜੋੜਿਆ ਕਿਉਂਕਿ ਸਭ ਨੇ ਜਾਣਾ ਆਪਣੇ ਆਪਣੇ ਪਰਿਵਾਰ ਦਾ ਆਪਣਾ ਆਪਣਾ ਗੱਡਾ ਹੈ। ਤੇ ਜਿਨ੍ਹਾਂ ਕੋਲ ਨਹੀਂ ਸੀ ਸਾਂਝੇ ਤੌਰ ਤੇ ਜੋ ਰਾਏ ਬੁਲਾਰ ਜੀ ਨੇ ਗੱਡੇ ਦਿੱਤੇ ਨੇ, ਰੱਖ ਦਿੱਤੇ ਨੇ, ਉਹਨਾਂ ਨੂੰ ਵੀ ਕਤਾਰ ਵਿੱਚ ਜੋੜਿਆ ਏ। ਸੱਜ ਸੱਜ ਬਾਹਨ ਆਪਣੇ ਭਏ ਬਰਾਤੀ ਸਾਥ। ਬਰਾਤੀ ਸਾਰੇ ਇਕੱਠੇ ਹੋ ਗਏ ਜਿਨ੍ਹਾਂ ਬਰਾਤ ਵਿੱਚ ਜਾਣਾ ਹੈ। ਕਵੀ ਭਾਈ ਸੰਤੋਖ ਸਿੰਘ ਲਿਖਦੇ ਆ, ਕਹਿੰਦੇ ਜਿੰਨੀ ਟੌਰ ਆਪਣੀ ਕੱਢੀ ਉਹ ਤੋਂ ਦੁੱਗਣੀ ਆਪਣੇ ਗੱਡਿਆਂ ਦੀ ਸਵਾਰੀਆਂ ਬਣਾਈ। ਪੁਰਾਣੇ ਸਮੇਂ ਲੋਕਾਂ ਨੂੰ ਆਪਣੀਆਂ ਸਵਾਰੀਆਂ ਦਾ ਬੜਾ ਸ਼ੌਂਕ ਸੀ। ਪੁਰਾਤਨ ਗੱਡਿਆਂ ਨੂੰ ਅੱਜ ਵੀ ਅਜਾਇਬ ਘਰਾਂ 'ਚ ਖੜੇ ਵੇਖ ਲਓ, ਜਾਂ ਪੁਰਾਣੇ ਬਜ਼ੁਰਗਾਂ ਵਿੱਚ ਅੱਜ ਵੀ ਲਾਹੌਰ ਦੀਆਂ ਵੀਡੀਓ ਵੇਖ ਲਓ, ਕਿੱਦਾਂ ਸ਼ਿੰਗਾਰੇ ਹੋਏ ਉਹਨਾਂ ਨੇ। ਆਪਣੇ ਬੈਲਾਂ ਦੇ ਸਿੰਘਾਂ ਨੂੰ ਉਹਨਾਂ ਨੇ ਤੇਲ ਲਾਇਆ ਹੋਇਆ, ਚਮਕਾਏ ਹੋਏ ਨੇ, ਸੋਹਣੇ ਸੋਹਣੇ ਝੁਰਮਟ ਪਾਏ ਆ, ਝੂਮਰ ਪਾਏ ਹੋਏ ਆ ਗੱਡਿਆਂ ਦੇ ਉੱਤੇ। ਕਹਿੰਦੇ ਜੀ ਗੱਡਾ ਇੱਕ ਤੋਂ ਇੱਕ ਵੱਧ ਕੇ ਸ਼ਿੰਗਾਰਿਆ ਹੋਇਆ। ਸਾਰੇ ਪਿੰਡ ਤੋਂ ਬਾਹਰ ਇਹ ਲਾਈਨ ਲੱਗੀ ਗੱਡਿਆਂ ਦੀ। ਮੰਗਣ ਵਾਲੇ ਆ ਗਏ, ਖੁਸ਼ੀ ਮਨਾਉਣ ਵਾਲੇ ਇਕੱਠੇ ਹੋਏ ਨੇ। ਬੇਦੀ ਵੰਸ ਸਾਰੀ ਦੀ ਸਾਰੀ ਉਹਨਾਂ ਗੱਡਿਆਂ ਤੱਕ ਪਹੁੰਚ ਗਈ। ਅੱਗੇ ਪੁਰਾਣਾ ਰਿਵਾਜ ਸੀ ਵੀ ਬਰਾਤਾਂ ਦੇ ਵਿੱਚ ਕਦੇ ਵੀ ਔਰਤਾਂ ਨਹੀਂ ਸੀ ਜਾਂਦੀਆਂ। ਪੁੱਤਰ ਦੀ ਬਰਾਤ ਤੇ ਪੁੱਤਰ ਦਾ ਵਿਆਹ ਮਾਂ ਨਹੀਂ ਸੀ ਵੇਖਦੀ ਹੁੰਦੀ। ਇਹ ਪੁਰਾਣੀਆਂ ਰਵਾਇਤਾਂ ਨੇ, ਕਦੇ ਇਤਿਹਾਸ ਪੜ੍ਹ ਕੇ ਵੇਖਿਓ ਪੁਰਾਣਾ, ਅੱਜ ਦਾ ਨਹੀਂ, ਸਦੀਆਂ ਤੋਂ ਚੱਲਿਆ ਆ। ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਔਰਤਾਂ ਨੂੰ ਵੀ ਖੁਸ਼ੀ ਹੈ ਵੀ ਬਰਾਤਾਂ ਚੱਲੀਆਂ ਨੇ, ਬਰਾਤ ਜਾਏਗੀ ਫਿਰ ਵਾਪਸ ਮੁੜ ਕੇ ਆਏਗੀ ਤੇ ਖੁਸ਼ੀ ਤੇ ਹੋਣੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਾਤਾ ਜੀ ਕਹਿੰਦੇ ਉਹ ਇੰਨੇ ਚਾਅ ਵਿੱਚ ਨੇ, ਇੰਨੀ ਖੁਸ਼ੀ ਵਿੱਚ ਨੇ, ਸੱਚੀ ਇਹ ਤੇ ਉਹੀ ਜਾਣਦਾ ਜਿਸ ਮਾਂ ਨੇ ਆਪਣਾ ਪੁੱਤ ਵਿਆਹੁਣਾ ਹੁੰਦਾ ਹੈ। ਕੇਵਲ ਉਹੀ ਇਸ ਖੁਸ਼ੀ ਨੂੰ ਜਾਣ ਸਕਦੀ। ਮਾਂ ਤ੍ਰਿਪਤਾ ਖੁਸ਼ੀ ਦੇ ਵਿੱਚ ਸਭ ਤੋਂ ਮਾਇਆ ਵਾਰਦੀ ਹੈ। ਕਬਿਤ ਸਿਅੰਦਨ ਤਰੰਗਮ ਸਕੜ ਪੈ ਅਰੁਦੇ ਕਿਉ ਜਰੀ ਸੰਗ ਜਰੀ ਰਾਜੈ ਆਰਨ ਊਸ਼ਾ ਰਹੀ। ਜਿਸ ਵੇਲੇ ਸਤਿਗੁਰਾਂ ਦੇ ਪਿਤਾ ਨੇ ਆਵਾਜ਼ ਮਾਰੀ, ਸਾਰੇ ਬੇਦੀ ਘਰਾਂ ਚੋਂ ਨਿਕਲ ਕੇ ਆਏ ਨੇ, ਆਪਣੀਆਂ ਆਪਣੀਆਂ ਸਵਾਰੀਆਂ ਤੇ। ਕੋਈ ਘੋੜਿਆਂ ਤੇ ਬੈਠਾ, ਕਿਸੇ ਨੇ ਘੋੜੀਆਂ ਦੀ ਸਵਾਰੀ ਕੀਤੀ ਹੈ, ਕੋਈ ਗੱਡਿਆਂ 'ਚ ਬੈਠਾ ਹੈ, ਕਿਸੇ ਨੇ ਰੱਥ ਨੂੰ ਠੇਲ ਲਿਆ। ਜੋ ਜਿਹਦੀ ਪਸੰਦ ਆ ਉਹਨਾਂ ਸਮਿਆਂ ਦੇ ਆਪਸ਼ਨ ਸੀ। ਆਪਣੀ ਆਪਣੀ ਪਸੰਦ ਦੇ ਵਾਹਨ ਸਭ ਨੇ ਸਵੀਕਾਰ ਲਏ ਨੇ। ਵਾਹ ਬੁਧੂ ਬਿੰਦ ਸੰਗ ਗਮਨਿਓ ਮੰਗ ਮਨ ਅੰਗਰ ਸੰਗਾਰ ਕੈ ਅਨੰਗ ਮਾਨ ਢਾਰਹੀ। ਜਿਸ ਵੇਲੇ ਬਰਾਤ ਰਵਾਨਾ ਹੋਣ ਲੱਗੀ ਰਾਏ ਭੋਏ ਦੀ ਤਲਵੰਡੀ ਦੇ ਵਿੱਚੋਂ, ਬੇਦੀ ਵੰਸ਼ ਦੀਆਂ ਜਿੰਨੀਆਂ ਔਰਤਾਂ ਸੀ ਸਭ ਨੇ ਲੋਹੜਿਆਂ ਦੇ ਸ਼ਿੰਗਾਰ ਕੀਤੇ ਹੋਏ ਆ। ਸੋਹਣੇ ਉਹਨਾਂ ਸਮਿਆਂ ਦੇ ਲਹਿੰਗੇ ਚੋਲੀਆਂ ਪਾਈਆਂ ਨੇ, ਸਿਰ ਕੱਜੇ ਆ, ਘੂਗੜ ਕੱਢੇ ਹੋਏ ਆ। ਇਹ ਪੁਰਾਣਾ ਦੌਰ ਸੀ। ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਰਵਾਇਤ ਨੂੰ ਖਤਮ ਕੀਤਾ ਹੈ ਵੀ ਸਿੱਖਾਂ ਨੇ ਕਦੇ ਘੁੰਡ ਨਹੀਂ ਕੱਢਣਾ। ਪੰਜ ਪਿਆਰੇ ਅੱਜ ਵੀ ਕਹਿੰਦੇ ਆ ਵੀ ਸਿੱਖ ਔਰਤਾਂ ਨੇ ਘੁੰਡ ਨਹੀਂ ਕੱਢਣਾ। ਅੱਜ ਹਰਿਆਣੇ ਦੇ ਬਾਂਗਰ 'ਚ ਚਲੇ ਜਾਓ, ਰਾਜਸਥਾਨ ਚਲੇ ਜਾਓ, ਬੀਕਾਨੇਰ ਵਾਲੇ ਪਾਸੇ ਜਾਓ, ਅੱਜ ਵੀ ਲੋਕ ਘੁੰਡ ਕੱਢਦੇ ਆ। ਪੰਜਾਬ ਤੋਂ ਹੀ ਸ਼ੁਰੂ ਹੋ ਜਾਂਦਾ ਕੰਮ, ਬਠਿੰਡੇ ਵਾਲੇ ਪਾਸੇ। ਚਲੋ ਹੁਣ ਜ਼ਮਾਨਾ ਥੋੜਾ ਜਿਹਾ
ਸਮਝਦਾਰ ਹੋਣ ਲੱਗ ਗਿਆ। ਉਹਨਾਂ ਸਮਿਆਂ ਦੇ ਵਿੱਚ ਔਰਤਾਂ ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈਣ, ਪਰ ਰਹਿੰਦੇ ਦੁਪੱਟੇ ਦੇ ਥੱਲੇ ਹੀ ਸੀ, ਮੂੰਹ ਨਹੀਂ ਸੀ ਦਿਖਾਉਂਦੀਆਂ, ਛੁਪਾ ਕੇ ਰੱਖਦੀਆਂ ਸੀ। ਕਹਿੰਦੇ ਜਿੰਨੀਆਂ ਵੀ ਔਰਤਾਂ ਸਭ ਇਕੱਠੀਆਂ ਹੋਈਆਂ ਬਰਾਤ ਦੇ ਵਿੱਚ, ਖੁਸ਼ੀ ਖੁਸ਼ੀ ਬਰਾਤ ਨੂੰ ਤੋੜਨਾ ਚਾਹੁੰਦੀਆਂ ਨੇ। ਕਹਿੰਦੇ ਗੀਤ ਗਾਏ ਉਹਨਾਂ ਨੇ, ਸਤਿਗੁਰਾਂ ਦੇ ਨਾਨਕਿਆਂ ਨੂੰ ਵਾਲਾਂ ਗੂਲਾਂ ਜਿਹੜੀਆਂ ਸ਼ੌਂਕ ਚ ਕੱਢਦੇ ਹੁੰਦੇ ਲੋਕੀ, ਸਿੱਠਣੀਆਂ ਕਹਿ ਦਿੰਦੇ ਤੇ ਨਾਲ। ਕਹਿੰਦੇ ਵੱਧ ਘੱਟ ਬੋਲਦੇ ਰਹੇ। ਇਹੀ ਸਮਾਂ ਹੁੰਦਾ ਜਦੋਂ ਲੋਕ ਤੇ ਸ਼ਰੀਕ ਆਪਣੀ ਭੜਾਸ ਕੱਢਦੇ ਆ। ਸਤਿਨਾਮ, ਜਿਹੜੀ ਗੱਲ ਉਹ ਸਿੱਧੇ ਮੂੰਹ ਨਹੀਂ ਨਾ ਕਹਿ ਸਕਦੇ, ਅੱਗੋਂ ਪਿੱਛੋਂ ਕੱਢਦੇ ਰਹਿੰਦੇ ਆ। ਵਿਆਹ ਦੇ ਸਮੇਂ ਮੌਕਾ ਮਿਲਦਾ ਛੱਜ ਛੁੱਜ ਤੋੜਨ ਦਾ, ਵੀ ਕੱਢ ਲੋ ਵਾਲਾ ਨਹੀਂ ਕੱਢਣਾ। ਅੱਜ ਖੁਸ਼ੀ ਦੇ ਵਿੱਚ ਸਿੱਠਣੀਆਂ ਦੇ ਰਹੇ, ਪਿਆਰ ਚ ਹੱਸਦੇ ਆ, ਮਜ਼ਾਕ ਕਰਦੇ ਆ, ਉੱਚੀ ਉੱਚੀ ਮਖੌਲ ਕਰਦੇ ਨੇ। ਆਦਤ ਬਜਾਨ ਹਾਰ, ਕੋਤਕ ਕਰਨ ਹਾਰ, ਭਾਰ ਕੀ ਉਚਾਰਨ ਹਾਰ, ਤਿਆਰ ਪੇ ਅਪਾਰ ਹੀ। ਜਿਸ ਵੇਲੇ ਬਰਾਤ ਚੱਲਣ ਵਾਸਤੇ ਤਿਆਰ ਹੋਈ, ਇਹਨਾਂ ਤੋਂ ਪਹਿਲਾਂ ਦਰਵਾਜ਼ਿਆਂ ਤੇ ਨਗਾਰੇ ਵੱਜੇ। ਅੱਗੇ ਚੂਬਾਂ ਵੱਜਦੀਆਂ ਸੀ ਦਰਵਾਜ਼ਿਆਂ ਤੇ, ਵੱਡੇ ਵੱਡੇ ਕੇਲਿਆਂ ਦੇ ਰੁੱਖ ਕੱਟ ਕੱਟ ਕੇ ਦਰਵਾਜ਼ਿਆਂ ਤੇ ਮੁੱਖ ਦਰਵਾਜ਼ਿਆਂ ਤੇ ਲਾਏ ਹੋਏ ਨੇ, ਕਿਉਂਕਿ ਉਹਨਾਂ ਸਮਿਆਂ ਦੀ ਡੈਕੋਰੇਸ਼ਨ ਹੁੰਦੀ ਸੀ, ਕੇਲੇ ਸੁੱਟਦੇ ਨਹੀਂ ਸੀ ਹੁੰਦੇ। ਬੜੀ ਦੂਰ ਦੂਰ ਤੱਕ ਕਹਿੰਦੇ ਇਦਾਂ ਹੀ ਪਤੰਗੀਆਂ ਲਾਈਆਂ, ਸੋਹਣਾ ਰੂਪ ਬਣਾਇਆ, ਝੰਡੀਆਂ ਲਾਈਆਂ ਹੋਈਆਂ ਨੇ, ਨੱਚਣ ਵਾਲੇ ਆਏ ਨੇ। ਇੱਥੋਂ ਤੱਕ ਕਰਤੱਵ ਕਰਨ ਵਾਲੇ ਲੋਕ, ਕਲਾਕਾਰੀ ਵਿਖਾਉਣ ਵਾਲੇ, ਇਸ ਬਰਾਤ ਦੇ ਕੋਲੋਂ ਸ਼ਗਰ ਤੇ ਮਾਇਆ ਇਕੱਠੀ ਕਰਨ ਵਾਲੇ, ਉਹ ਆ ਕੇ ਖੇਡ ਰਹੇ ਆ, ਕਲਾਬਾਜ਼ੀਆਂ ਵਿਖਾਉਂਦੇ ਆ। ਕਹਿੰਦੇ ਬਰਾਤੀਆਂ ਨੇ ਬਰਾਤ ਵਿੱਚ ਚੱਲਣ ਤੋਂ ਪਹਿਲਾਂ ਇਹ ਦਿਲਕਸ਼ ਅੰਦਾਜ਼ ਦੇ ਨਜ਼ਾਰੇ ਆਪਣੇ ਅੱਖੀਂ ਵੇਖੇ ਨੇ। ਧਰੇ ਹੈ ਤੁਖਾਰ ਪਰ ਦੀਰਘ ਦਮਾਮੇ ਬਹੁ, ਸਾਜੈ ਸੁਭ ਰਾਜੈ ਬਾਜੈ ਡੰਕ ਇੱਕ ਵਾਰ ਹੀ। ਹੁਣ ਬਰਾਤ ਅਲੌਕਿਕ ਕਿਵੇਂ ਹੈ? ਕਹਿੰਦੇ ਇਸ ਬਰਾਤ ਦੇ ਵਿੱਚ ਸਭ ਤੋਂ ਅੱਗੇ 30 ਤੋਂ 40 ਊਠ ਲਾਏ ਹੋਏ ਨੇ। ਊਠਾਂ ਦੇ ਕੋਹਾਨਾਂ ਦੇ ਉੱਤੇ ਨਗਾਰੇ ਰੱਖੇ, ਨਗਾਰਚੀ ਨਗਾਰੇ ਵਜਾਉਂਦੇ ਆ। ਇਹ ਕੁਝ ਸਿਰਫ ਉਦੋਂ ਹੁੰਦਾ ਸੀ ਜਦੋਂ ਕਿਸੇ ਰਾਜੇ ਮਹਾਰਾਜੇ ਦੀ ਸ਼ਾਹੀ ਪਾਲਕੀ ਨਿਕਲਦੀ ਹੈ। ਇਹ ਪਹਿਲੀ ਬਰਾਤ ਹੈ ਜਿਹਦੇ ਵਿੱਚ ਊਠਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਊਠਾਂ ਦੀਆਂ ਪਿੱਠਾਂ ਦੇ ਉੱਤੇ ਨਗਾਰੇ ਵਜਾਏ ਜਾਂਦੇ ਨੇ, ਢੋਲ ਵਜਾਏ ਜਾਂਦੇ ਨੇ, ਤੇ ਊਠਾਂ ਨੂੰ ਸ਼ਿੰਗਾਰਿਆ ਹੋਇਆ ਏ। ਦੋਹਰਾ ਬੇਦੀਆਂ ਕੀ ਬਰ ਸੁੰਦਰੀ, ਮਦਰ ਮਦਰ ਸੁਰ ਗਾਏ, ਸਰਸਤੇ ਹਰਕਤ ਓ ਵਿਖੇ, ਮੁਰੀ ਬਰਾਤ ਚੜਾਈ। ਜਿਸ ਵੇਲੇ ਨਗਾਰਿਆਂ ਦੀ ਮਿੱਠੀ ਮਿੱਠੀ ਧੁਨ ਵੱਜਦੀ ਹੈ, ਸਾਰੇ ਸਤਿਗੁਰਾਂ ਦੇ ਪਿਤਾ ਜੀ ਦੇ ਸਮੇਤ ਰਥਾਂ ਗੱਡਿਆਂ ਤੇ ਸਵਾਰ ਹੋ ਗਏ। ਸਤਿਗੁਰਾਂ ਦੇ ਚਾਚਾ ਜੀ, ਗੁਰੂ ਸਾਹਿਬ ਦੇ ਨਾਨਕੇ ਪਰਿਵਾਰ, ਚਾਚੇ ਤਾਏ ਜਿੰਨੇ ਨੇ ਵੇਦੀਆਂ ਦੀ ਵੰਸ, ਸਾਰੇ ਬਹਿ ਗਏ, ਸਭ ਬੈਠੇ ਆ। ਉਹ ਤੋਂ ਬਾਅਦ ਪਿੰਡ ਦੇ ਮੋੜ ਤੇ ਆ ਕੇ ਬੀਬੀਆਂ ਨੇ, ਭੈਣਾਂ ਤੇ ਔਰਤਾਂ ਨੇ ਖੁਸ਼ੀਆਂ ਦੇ ਗੀਤ ਗਾਏ, ਰਵਾਨਗੀ ਦਿੱਤੀ ਹੈ। ਬੜੇ ਪਿਆਰ ਦੇ ਗਾਣੇ, ਉਹਨਾਂ ਸਮਿਆਂ ਦੇ ਗੀਤ ਸੀ, ਸੱਭਿਆਚਾਰਕ ਸਨ, ਬੜੇ ਪਿਆਰ ਵਾਲੇ ਪਰਿਵਾਰਕ ਹੁੰਦੇ ਸੀ। ਕਹਿੰਦੇ ਉਹਨਾਂ ਗੀਤ ਗਾ ਕੇ ਇਸ ਬਰਾਤ ਨੂੰ ਰਵਾਨਗੀ ਦਿੱਤੀ ਹੈ। ਤੋੜਿਆ ਏ, ਪਾਣੀ ਵਾਰਿਆ ਗਿਆ ਬਰਾਤ ਦੇ ਉੱਤੋਂ, ਚੌਲ ਵਾਰੇ ਗਏ ਨੇ, ਫੁੱਲ ਵਾਰੇ ਜਾਂਦੇ ਸੀ। ਇਹ ਪੁਰਾਣੀਆਂ ਬਰਾਤਾਂ ਜਦੋਂ ਨਿਕਲਦੀਆਂ ਸੀ, ਅੱਜ ਕੱਲ੍ਹ ਤੇ ਕੁਛ ਨਹੀਂ ਰਹਿ ਗਿਆ। ਉਹਨਾਂ ਸਮਿਆਂ ਦੇ ਵਿੱਚ ਸਭ ਕੁਝ ਵਾਰਨ ਤੋਂ ਬਾਅਦ ਔਰਤਾਂ ਖੁਸ਼ੀ ਖੁਸ਼ੀ ਘਰ ਨੂੰ ਵਾਪਸ ਚੱਲੀਆਂ ਨੇ। ਕਬਿਤ ਭਇਓ ਹੈ ਅਰੂੜ ਕਾਲੂ, ਲੀਨੋ ਧਨ ਲਾਲੂ ਬੋਹ, ਤਜੀ ਤਲਵੰਡੀ ਪਦ ਪੰਥ ਵਿਖੇ ਪਾਏ ਹੈ। ਸਤਿਗੁਰਾਂ ਦੇ ਪਿਤਾ ਕਾਲੂ ਜੀ, ਗੁਰੂ ਸਾਹਿਬ ਦੇ ਚਾਚਾ ਲਾਲੂ ਜੀ, ਕਹਿੰਦੇ ਦੋਨਾਂ ਨੇ ਮਾਇਆ ਦੀਆਂ ਸੰਦੂਕੜੀਆਂ ਰੱਖੀਆਂ ਹੋਈਆਂ ਨੇ। ਟਰੰਕ ਕਹਿ ਲਓ, ਲੱਕੜ ਦੇ, ਉਹ ਸੰਦੂਕ ਕਹਿ ਦਿੰਦੇ। ਗੱਡੀਆਂ ਤੇ ਰੱਖ ਕੇ ਦੋ ਦੋ ਸੇਵਕ ਸੰਭਾਲੇ ਹੋਏ ਆ, ਕਿਉਂਕਿ ਮਾਇਆ ਸੁੱਟਣੀ ਬੜੀ ਹੈ, ਵਾਰਨੀ ਬਹੁਤ ਹੈ, ਵੰਡਣੀ ਬੜੀ ਹੈ। ਸਾਰੀ ਜ਼ਿੰਦਗੀ ਦੀ ਮਾਇਆ ਇਕੱਠੀ ਕੀਤੀ ਸਤਿਗੁਰਾਂ ਤੇ ਪਿਤਾ ਚਾਚਾ ਜੀ ਨੇ ਅੱਜ ਖੁਸ਼ੀ ਵੇਲੇ ਵਾਰਨੀ। ਕਹਿੰਦੇ ਉਸ ਮਾਇਆ ਨੂੰ ਲੈ ਕੇ ਆਪਣੇ ਆਪਣੇ ਸਾਧਨਾਂ ਨੂੰ ਸਭ ਤੋਂ ਅੱਗੇ ਰੱਖਿਆ ਏ। ਲੀਨੇ ਧਨ ਰਾਮਾ ਸੋਤ ਕਿਸ਼ਨਾ ਸੋ ਨਾਮਾ ਜਿਹੇ, ਧਰੇ ਔਰ ਚਾਹੇ ਸੁਲਤਾਨਪੁਰ ਧਾਏ ਹੈ। ਉਧਰ ਸਤਿਗੁਰਾਂ ਦੇ ਨਾਨਕਿਆਂ ਦੇ ਵਿੱਚੋਂ ਨਾਨਾ ਰਾਮਾ ਜੀ ਨੂੰ ਦੋਤੇ ਦੇ ਵਿਆਹ ਦਾ ਚਾਈ ਬਹੁਤ ਹੈ। ਉਹਨਾਂ ਦੇ ਪੁੱਤਰ ਕ੍ਰਿਸ਼ਨਾ ਜੀ, ਸਤਿਗੁਰਾਂ ਦੇ ਮਾਮਾ ਜੀ, ਉਹਨਾਂ ਨੇ ਆਪਣੀ ਆਪਣੀ ਪੂੰਜੀ ਰੱਖੀ ਹੋਈ। ਨਾਨਕਿਆਂ ਦੀ ਮਾਇਆ ਲੱਗ ਹੈ, ਇਹਨਾਂ ਦੀ ਲੱਗ ਹੈ।
ਦਾਦਕਿਆਂ ਦੀਆਂ ਲੱਗ ਗਏ। ਸਤਿਗੁਰਾਂ ਦੇ ਦਾਦਾ ਸ਼ਿਵਰਾਮ ਉਹ ਵੀ ਚੱਲੇ ਨੇ। ਖੁਸ਼ੀ ਕਿੰਨੀ ਹੋਊਗੀ ਜੀ। ਵਕਤ ਕੈਸਾ ਹੋਣਾ ਜਦੋਂ ਰੱਬ ਦੀ ਬਰਾਤੇ ਲੋਕੀ ਚੱਲੇ ਆ। ਇੱਕ ਆਮ ਲੋਕਾਂ 'ਚ ਕਹਾਵਤ ਬਣੀ, ਕਹਿੰਦੇ ਤੂੰ ਕਿੱਥੇ ਚੱਲਿਆ? ਜਿਹੜਾ ਬਹੁਤਾ ਖੁਸ਼ ਹੋਵੇ ਨਾ, ਵਾਹਵਾ ਚੰਗਾ ਸਮਾਨ ਹੋਵੇ, ਸੈੱਟ ਹੋਵੇ, ਲੋਕੀ ਕਹਿੰਦੇ ਯਾਰ ਤੂੰ ਤੇ ਰੱਬ ਦੀ ਬਰਾਤ ਆਇਆ। ਆਹ ਸੀ ਰੱਬ ਦੀ ਬਰਾਤ, ਆ ਚੱਲੇ ਨੇ। ਕੌਣ ਕੌਣ ਚੱਲੇ ਨੇ ਇਹਨਾਂ ਦਾ ਜ਼ਿਕਰ ਵੀ ਅੱਗੇ ਜਾ ਕੇ ਆਊਗਾ। ਧੰਨ ਨੇ ਭਾਈ ਬਾਲਾ ਜੀ ਤੇ ਧੰਨ ਕਵੀ ਸੰਤੋਖ ਸਿੰਘ, ਜਿਨ੍ਹਾਂ ਨੇ ਬਰਾਤੀਆਂ ਦੇ ਨਾਮ ਤੱਕ ਵੀ ਗਿਣਾਉਂਦੇ ਵੀ ਕਿਹੜਾ ਕਿਹੜਾ ਗਿਆ ਸੀ। ਕੋਈ ਖੇਡਾਂ ਨਹੀਂ ਹੈਗੀਆਂ ਇੱਥੇ ਤੇ ਪਰਿਵਾਰ ਦੇ ਨਾਮ ਯਾਦ ਨਹੀਂ ਹੁੰਦੇ ਕਈ ਵਾਰੀ, ਆਪਣੇ ਰਿਸ਼ਤੇਦਾਰਾਂ ਦੇ ਨਾਂ ਨਹੀਂ ਪਤਾ ਹੁੰਦੇ, ਪਰ ਧੰਨ ਸੀ ਗੱਡੀਆਂ ਕਮਾਈਆਂ ਹੋਣੀਆਂ ਜਿਨ੍ਹਾਂ ਨੇ ਇੰਨਾ ਗਹਿਰਾ ਇਤਿਹਾਸ ਦੇਖ ਕੇ ਅੱਖਾਂ ਸਾਹਮਣੇ ਕਰਤਾ। ਜਦੋਂ ਗੁਰੂ ਸਾਹਿਬ ਦੇ ਪਿਤਾ ਜੀ ਚੱਲੇ, ਕਹਿੰਦੇ ਰਾਏ ਭੋਏ ਦੀ ਤਲਵੰਡੀ ਤੋਂ ਇਹ ਬਰਾਤ ਸੁਲਤਾਨਪੁਰ ਲੋਧੀ ਨੂੰ ਚੱਲੀ ਹੈ, ਕਿਉਂਕਿ ਉਸ ਥਾਂ ਤੇ ਬਰਾਤ ਦਾ ਉਤਾਰਾ ਹੋਏਗਾ। ਸਵੇ ਦਿਨ ਜਾਹੀ ਚਲੀ ਡੇਰਾ ਰਹਿਣ ਵਾਹੀ, ਬਿਦ ਐਸੀਏ ਚਲਤ ਧਾਮ ਨਾਨਕੀ ਕੇ ਆਏ ਹੈ। ਕਹਿੰਦੇ ਇਹ ਬਰਾਤ ਸਾਰਾ ਦਿਨ ਚੱਲਦੀ ਰਹੀ। ਦੁਪਹਿਰ ਵੇਲੇ ਇੱਕ ਥਾਂ ਤੇ ਜਾ ਕੇ ਨਾ ਟਿਕਾਣਾ ਕੀਤਾ, ਲੰਗਰ ਪਾਣੀ ਛਕਿਆ। ਦੁਪਹਿਰ ਤੋਂ ਬਾਅਦ ਫੇਰ ਚੱਲੇ, ਰਾਤ ਦਾ ਸਮਾਂ ਆਇਆ। ਕਹਿੰਦੇ ਕੁਝ ਘੜੀਆਂ ਰਾਤ ਦੀਆਂ ਬਤੀਤ ਕੀਤੀਆਂ, ਰਾਤ ਨੂੰ ਫੇਰ ਚੱਲ ਪਏ ਮਸਾਲਾ ਲਗਾ ਕੇ, ਕਿਉਂਕਿ ਰਾਤਾਂ ਇਸ ਲਈ ਨਹੀਂ ਸੀ ਕੱਟਦੇ, ਕਿਤੇ ਲੁੱਟੇ ਜਾਣ ਦਾ ਖਤਰਾ ਹੈ। ਜਿਹੜੇ ਉਹ ਜ਼ਮਾਨੇ ਸੀ ਨਾ, ਉਦੋਂ ਚੋਰ ਨਹੀਂ ਸੀ ਹੁੰਦੇ, ਲੁਟੇਰੇ ਨਹੀਂ ਸੀ ਹੁੰਦੇ, ਉਦੋਂ ਹੁੰਦੇ ਸੀ ਡਾਕੂ। ਡਾਕੂਆਂ ਦਾ ਦੌਰ ਹੁੰਦਾ ਸੀ, ਆ ਕੇ ਘੋੜਿਆਂ ਤੇ ਮੂੰਹ ਬੰਨੇ ਹੁੰਦੇ, ਬਰਾਤਾਂ ਨੂੰ ਲੁੱਟਦੇ ਹੁੰਦੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਦੌਰ ਆ ਨਾ, ਸਮਾਂ ਏ, ਉਹ ਸਦੀ ਦੇ ਵਿੱਚ 14ਵੀਂ ਸਦੀ ਦੇ ਵਿੱਚ ਡਾਕੂਆਂ ਦਾ ਬੋਲਬਾਲਾ ਤੇ ਅੱਜ ਤੋਂ 50 ਸਾਲ ਪਹਿਲਾਂ ਵੀ ਬੜਾ ਸੀ। ਇੱਥੇ ਤੇ ਬੜੇ ਹੋਏ ਆ, ਚੰਗੇ ਡਾਕੂ ਵੀ ਹੋਏ ਨੇ, ਮਾੜੇ ਵੀ ਹੋਏ ਨੇ, ਜੌਣਾ ਮੋੜ ਵਰਗੇ ਵੀ ਹੋਏ ਆ। ਬੜੇ ਡਾਕੂ ਨੇ ਜਿਨ੍ਹਾਂ ਦੇ ਨਾਮ ਆਉਂਦੇ ਇਤਿਹਾਸ ਦੇ, ਚੰਗੇ ਚੰਗੇ ਕੰਮ ਕਰਨ ਵਾਲੇ ਵੀ ਨੇ। ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਜਿਹੜੀਆਂ ਬਰਾਤਾਂ ਸੀ, ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਸੀ ਵੀ ਇੱਕ ਬਰਾਤ ਲੁੱਟ ਲਓ, 5 ਸਾਲ ਡਾਕਾ ਮਾਰਨ ਦੀ ਲੋੜ ਨਹੀਂ। ਹੁਣ ਬਰਾਤੀਆਂ ਨੇ ਕਿੰਨਾ ਸੋਨਾ ਪਾਇਆ ਜੀ, ਪਿੱਛੇ ਸਾਰਾ ਦੱਸ ਆਇਆ ਨਾ, ਕਿਲੋਆਂ ਦੇ ਹਿਸਾਬ ਨਾਲ ਸਮਾਨ, ਕਿਲੋਆਂ ਦੇ ਹਿਸਾਬ ਨਾਲ ਪੈਸਾ ਏ। ਜਦੋਂ ਇੱਕ ਬਰਾਤ ਲੁੱਟ ਲਈ ਲੋਕ ਡਰ ਜਾਂਦੇ ਆ, ਇਸ ਲਈ ਬਰਾਤਾਂ ਰਾਤ ਨੂੰ ਰੁਕਦੀਆਂ ਨਹੀਂ ਸੀ। ਜੇ ਉਹ ਚੱਲਦੀਆਂ ਵੀ ਸੀ ਤੇ ਪੂਰੀ ਪਹਿਰੇਬੰਦੀ ਨਾਲ ਹੁੰਦੀ ਸੀ। ਸਿਪਾਹੀ ਚੱਲੇ ਹੋਏ ਨੇ, ਰਾਜ ਬੁਲਾਰ ਭੇਜੇ ਹੋਏ, ਪਰ ਜਦੋਂ ਡਾਕੂ ਆ ਕੇ ਰੋਕ ਲੈਂਦੇ, ਸਿਪਾਹੀ ਕੀ ਕਰਨਗੇ? ਆ ਜਿਹੜੀ ਕਿਰਪਾਨ ਲੈ ਕੇ ਲਾੜਾ ਚੱਲਦਾ, ਇਹਦਾ ਭਾਵ ਕੀ ਸੀ? ਪੁਰਾਣੇ ਸਮੇਂ ਵਿੱਚ ਇਹੀ ਹੁੰਦਾ ਸੀ ਕਿ ਜੇ ਬਰਾਤ ਤੇ ਹਮਲਾ ਹੋ ਗਿਆ ਤੇ ਤਲਵਾਰ ਕੱਢ ਸੱਜਣਾ, ਆਪਣੀ ਜਾਨ ਬਚਾ ਲਈ, ਆਉਂਦਾ ਹੋਇਆ ਆਪਣੀ ਪਤਨੀ ਦੀ ਬਚਾ ਲਈ। ਭਾਵ ਹੀ ਹੁੰਦਾ ਸੀ। ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਸਿਰਫ ਅੱਜ ਅਸੀਂ ਟ੍ਰੈਂਡ ਚ ਲਈ ਫਿਰਦੇ ਆ, ਸਾਨੂੰ ਪਤਾ ਨਹੀਂ ਉਹਨਾਂ ਦੇ ਬਾਰੇ ਇਹ ਕਿਉਂ ਨੇ। ਇਹੀ ਕਾਰਨ ਹੁੰਦੇ ਸੀ, ਬਰਾਤੀ ਹਥਿਆਰ ਰੱਖਦੇ ਸੀ। ਹੁਣ ਕੀ ਹੈ, ਲਾ ਕੇ ਦੋ ਲੱਡੂ ਜੇ ਪੈਗ, ਅਗਲਾ ਗੋਲੀ ਚਲਾ ਦਿੰਦਾ, ਅਗਲੇ ਨੂੰ ਵੀ ਲੈ ਬੈਠਦਾ, ਆਪ ਵੀ ਬੈਠਦਾ। ਅੱਗੇ ਬਰਾਤਾਂ ਦੇ ਵਿੱਚ ਹਥਿਆਰ ਇਸ ਲਈ ਰੱਖੇ ਜਾਂਦੇ ਸੀ, ਤਲਵਾਰਾਂ, ਗੰਡਾਸੇ, ਡਾਂਗਾਂ, ਵੀ ਜੇ ਕਿਤੇ ਕੋਈ ਲੁਟੇਰਾ ਆ ਗਿਆ ਮੁਕਾਬਲਾ ਤੇ ਕਰ ਲਾਂਗੇ। ਮਾੜੇ ਬੰਦੇ ਨੂੰ ਬਰਾਤ ਤੇ ਲੈ ਕੇ ਨਹੀਂ ਸੀ ਜਾਂਦੇ, ਉਹੀ ਜਾਂਦਾ ਸੀ ਜਿਹੜਾ ਸਾਵਧਾਨ ਤੇ ਸਤਰਕ ਹੋਵੇ। ਕਹਿੰਦੇ ਰਾਤ ਭਰ ਇਹ ਬਰਾਤ ਚਲਦੀ ਚਲਦੀ ਸੁਲਤਾਨਪੁਰ ਲੋਧੀ ਅੰਮ੍ਰਿਤ ਵੇਲੇ ਪਹੁੰਚੀ ਹੈ। ਆਨੰਦ ਉਦਦ ਮਿਲ ਕੀਲ ਕਰੈ, ਮੀਨ ਜਿਵ ਨਾਨਕ ਸਪੂਤ ਭਇਓ, ਭਏ ਮਨ ਪਾਏ ਹੈ। ਹੁਣ ਇਸ ਬਰਾਤ ਦਾ ਦ੍ਰਿਸ਼ ਦੱਸਦੇ ਨੇ, ਕਹਿੰਦੇ ਭਾਵੇਂ ਅੰਮ੍ਰਿਤ ਵੇਲਾ ਲੋਕੀ ਇਦਾਂ ਖੁਸ਼ ਆਉਂਦੇ ਨੇ ਜਿੱਦਾਂ ਸਮੁੰਦਰ ਦੇ ਵਿੱਚ ਵੱਡੀਆਂ ਵੇਲਾਂ ਮੱਛੀਆਂ ਪਲਟੀ ਮਾਰਦੀਆਂ ਨੇ ਖੁਸ਼ੀ ਦੇ ਵਿੱਚ। ਉਹ ਲੜਦੇ ਨਹੀਂ ਸੀ, ਲੋਕ ਬੜੇ ਸਤਰਕ ਸੀ। ਉਹਨਾਂ ਨੂੰ ਪਤਾ ਸੀ ਬਰਾਤ ਵਿੱਚ ਇੱਕ ਬੰਦਾ ਵੀ ਮਾੜੀ ਹਰਕਤ ਕਰੇਗਾ, ਬਦਨਾਮੀ ਪੂਰੀ ਬੇਦੀ ਵੰਸ ਦੀ ਹੋਏਗੀ। ਇਸ ਲਈ ਡਿਸਪਲਿਨ 'ਚ ਚੱਲਦੇ ਆ, ਅਨੁਸ਼ਾਸਨ ਵਿੱਚ ਚੱਲਦੇ ਨੇ। ਤੇ ਅਨੁਸ਼ਾਸਨਤਾ ਕੌਣ ਰੱਖ ਰਹੇ ਨੇ? ਸਤਿਗੁਰਾਂ ਦੇ ਪਿਤਾ ਜੀ ਪਹਿਲਾਂ ਕਹਿ ਕੇ ਲੈ ਕੇ ਆਏ ਆ, ਸਪਸ਼ਟ ਕਹਿਤਾ ਉਹਨਾਂ ਨੇ, ਕਹਿੰਦੇ ਬਦਨਾਮੀ ਮੇਰੀ ਨਹੀਂ, ਬੇਦੀਆਂ ਦੀ ਕੁੱਲ ਦੀ ਹੈ। ਤੇ ਜਦੋਂ ਕੁੱਲ ਤੇ ਗੱਲ ਆਵੇ ਨਾ, ਫਿਰ ਕੋਈ ਮਾੜੀ ਤੇ ਕੋਝੀ ਹਰਕਤ ਨਹੀਂ ਕਰਦਾ। ਇਹੀ ਕਾਰਨ ਸੀ ਉਹਨਾਂ ਬਰਾਤਾਂ ਦੇ ਵਿੱਚ ਔਰਤਾਂ ਨਹੀਂ ਸੀ ਜਾਂਦੀਆਂ। ਪੁਰਾਣਾ ਸਮਾਂ ਤੁਸੀਂ ਹੁਣ ਤੱਕ ਵੇਖ ਲਓ, ਅੱਜ ਤੋਂ 40 ਸਾਲ ਪਹਿਲਾਂ ਜਿਨ੍ਹਾਂ ਦੇ ਵਿਆਹ ਹੋਏ ਆ, 50-60 ਸਾਲ ਪਹਿਲਾਂ ਹੋਏ ਆ, ਤਕਰੀਬਨ ਬਹੁਤ ਘੱਟ ਤੁਹਾਨੂੰ ਇਦਾਂ ਦੇ ਮਿਲਣਗੇ ਜਿਨ੍ਹਾਂ ਬਰਾਤਾਂ 'ਚ ਔਰਤਾਂ ਜਾਂਦੀਆਂ ਸੀ। ਪਿੰਡਾਂ ਵਿੱਚ ਅੱਜ ਵੀ ਇਹ ਰੁਝਾਨ ਨਹੀਂ ਜਾਂਦੀਆਂ। ਚਲੋ ਸ਼ਹਿਰਾਂ ਵਿੱਚ ਥੋੜਾ ਜਿਹਾ ਹੁਣ ਅਸਰ ਹੋਇਆ, ਲੋਕੀ ਐਡਵਾਂਸ ਹੋ ਗਏ ਆ, ਸਮਝ ਆ ਗਈ ਆ ਹੁਣ ਤੇ, ਪਰ ਫਰਕ ਤੇ ਪਰਦਾ ਹੀ ਕੋਈ ਨਹੀਂ। ਉਹਨਾਂ ਸਮਿਆਂ ਵਿੱਚ ਔਰਤਾਂ ਇਸ ਲਈ ਨਹੀਂ ਸੀ ਜਾਂਦੀਆਂ, ਇਹਦਾ ਰੀਜ਼ਨ ਸੀ ਵੀ ਰਾਤਾਂ ਨੂੰ ਬਰਾਤਾਂ ਰਹਿੰਦੀਆਂ ਨੇ ਬਾਹਰ ਰੋਡ ਤੇ, ਰਾਹਾਂ ਤੇ ਫਿਰ ਔਰਤਾਂ ਦੇ ਲਈ ਰਹਿਣਾ ਬੜਾ ਔਖਾ ਸੀ। ਇਹੀ ਕਾਰਨ ਸੀ
होर कोई शगना पशगन वाला रौला नहीं है, क्योंकि कई लोग जोड़ देंगे इस पासे भी बरात च औरतों का जाना माड़ा हुंदा जी, लोगों की वृद्धि है। गुरु नानक साहब जी ने तो कर्म कांड कट्टे आ भाई, माड़ा की है इत्थे जाके ते जादे औरत बच्चे नूं जन्म दिंदी है जिन्हों तू मां कहना है, फिर उसे नूं तू हुण माड़ा दसन लग गया। जे भाई औरत माड़ी है तो फिर जिहदी कुखों जन्म लिया फिर ते तू भी माड़ा ही है, तू चंगा कित्थों हो गया। रहो विचार उन्हां समयां विच यही कारण सी भी बरातां दे विच औरतां नूं लैके नहीं सी जाया जांदा, औरतां घर रहिंदियां सी ते अज सारियां औरतां बेदी वंश दीयां घरे ने। गुरु नानक साहब सच्चे पातशाह अमृत वेले आके उन्होंने मोदी खाना खोलिया, वो अपनी रूटीन दे विच ने, कोई छुट्टी नहीं, कोई लैण देण नहीं, कोई चाह नहीं भी साडी बरात ते नੱਚਦੀ टੱਪਦੀ आउंदी है ते सानू भी ते तैयार रहना चाहिए। वो सुभावक अपनी प्रक्रिया विच लगे हुए ने। आन की जय राम सन्मान कीनो सबन को, जथा जोग थान दीनो डेरा करवाई के। अमृत वेले 5 बजे बरात सुल्तानपुर लोधी पहुंची है। ये सिर्फ पड़ाए पड़ा कहते ठहरा लो, जिथे कोई वक्त बतीत करता स्टे कह लो। जो आप किते फॉरन जाने हैं, किसी कंट्री जाने हैं, किते 8 घंटे की स्टे होती है, किते 2 दिन की भी हो सकती, किते 4 घंटे की भी है, पर पक्का तो नहीं रहना होंदा ना। उन्होंने कहते ढाला थोड़ी देर का वक्त गुजारना। गुरु नानक साहब सच्चे पातशाह मोदी खाने आए, सतगुरां दे जीजा जी ने आई बरात नूं जी आया आखिया, खुशी मनाई गई क्योंकि इधर भी देसी घिओ के दीवे पहले ही बाले गए ने। पता सी बरात ने आना है, नੱਚਦੀ टੱਪਦੀ बरात इत्थे पहुंची है। उन्होंने सब तो पहला के बरात नूं उतारा दिता, तंबू लवाए हुए सी, टेंट सिटी पहले ही बनाती उन्होंने, क्योंकि घर च इन्ने लोग नहीं होने, सारे पिंड तो मंजे मंगे हुए ने, सारे पिंड तो बिस्तरे इकट्ठे किए हुए आ, पर बराती इन्ने ने किन्ने को संभालिया जाऊगा। फिर उस तो बाद ये प्रचलित होए सी जिन्होंने जंज घर कह दिंदे सी, आपां धर्मशाला हुंदियां सी। अगे लोग धर्मशाला च रातां कटदे सी, हुण ते धर्मशाला ताज तूज कुੱਟਣ ਨੂੰ रखी होंदियां। हुण वो जमाने थोड़ा ने कहते जी धर्मशाला दे विच डेरा कराया, टिकाणा कराया, अमृत वेले दा दुੱਧ ਲੱਸੀ चाह जो भी हुंदा उन्हां समय दा कुछ छकाया गया। इन्हां बरातां नूं उतारा दिता है, सब थक टुट के आए हुए ने। तनिया निकट जाए मिलियो कालू पाए सुख, दियो मदरा नह को दास ते मंगाई के। हुण दिन चढ़िया, सतगुरां दे पिता जी उठे ने, इशनान कीता है क्योंकि थके हुए सारी रात सफर कीता। सब तो पहला अपनी धी दे घर आए ने, मिठा लेके आए ने, अपनी पुत्री दा मूंह मिठा करा, सिर हत्थ रख के वधाइयां दित्तियां। ते भैण नानकी सतगुरां दे भैण जी इन्ने खुश, पिता जी दे चरनी मत्था टेकता उन्होंने। प्यो ते प्यो ही होंदा है, रब रूप सी पिता भी। कहते सतगुरां दे भैण जी ने मत्था टेक के नमस्कार की। जय राम जी जिहड़े भज्जे फिरदे आ दिन रात, कोई उन्हां च जवाई वाली आकड़ नहीं, कोई हंकार नहीं, इन्ने डाउन टू अर्थ ने। सारी बरात नूं आप दुੱਧ पानी सर्व करते रहे, आप भज्जे फिरदे रहे। ये होंदी रिश्तेदारी। अज दीयां रिश्तेदारियां सिर्फ पैसे नाल चलदियां ने, आकड़ा इन्ने रोह है, दिखावा, ये तो बस कुछ नहीं है। रिश्तेदार हुंदा है मुफ्त दा प्यारा, जो दुख सुख च नाल खड़दा होवे। अजकल ते जख्मां नूं छल्लण वाले हुंदे आ, स्वाद लैण वाले हुंदे आ, टिचरां करन वाले हुंदे आ। कहंदे सानूं कहंदा सी वेखिआ हुण की बनदा, हुण की करूंगा, सिर्फ शरीका गुण है। उन्हां समयां विच जय राम जी ने कहंदे सारी बरात दी आओ भगत कीती, कल्ले कल्ले नूं सुख सानूं पुछी है। जिन्हां चीज़ां दी लोड़ सी ओह दित्तियां ने। सतगुरां दे पिता घर आए, मिठा वंडिया गया जी, क्योंकि हुण इन्हां ने इत्थों बरात लेके जानी है। ये ते कल्ले आए आ ना, नानके परिवार गुरु साहब, सतगुरां दा दादके परिवार दोनों आ गए ने, शरीका सारा आ गया है। पिंड दे विच जिहड़े खासम खास पिता जी नाल कामकार करदे सी, जो उन्हां दे रिश्ते ने वो भी आए हुए हैं। सारी बरात इत्थे आके रुकी हुई है। हुण जयराम जी दा परिवार ते होरां ने भी जाना इत्थों, वो पूरी तैयारी कीती जानी है। कहंदे गुरु साहब दे पिता नूं हर कोई व्यक्ति अज मुबारकां दिंदा है। अब ही संभारण संभार बंद बंद भार, धरे सकटन सब ऊपर ते लियाई के। कहंदे हुण जिन्ने गड्डियां ते पंडां बन्नियां सी, भाई बाला जी कहंदे असीं नाल लग के लाईआं। गुरु पिता गुरु सतगुरां नूं जदों पता लग्या गुरु नानक पातशाह आप आ गए, लक नाल बन के कमर कसा गुरु साहब ने गड्डियां तो सवार लाया है। मिलू रब इहो जा, मिल जू सज्जण प्यारा इहो जा।
ਜੋ ਆਪ ਘਰ ਆਏ ਮਹਿਮਾਨਾਂ ਦੀ ਸੇਵਾ ਕਰੇ, ਇੰਨੀ ਨਿਮਰਤਾ। ਕਹਿੰਦੇ ਗੱਡਿਆਂ ਤੋਂ ਸਮਾਨ ਲਾ ਲਾ ਕੇ ਜੋ ਜਿਹਦਾ ਸੀ ਉਹਨੂੰ ਦਿੱਤਾ ਗਿਆ, ਕਿਉਂਕਿ ਬਰਾਤ ਇੱਥੇ ਇੱਕ ਅੱਧਾ ਦਿਨ ਰੁਕੇਗੀ। ਇੱਥੋਂ ਤਿਆਰੀਆਂ ਕਰਕੇ ਜਿੱਦਣ ਵਕਤ ਹੋਏਗਾ ਉਹ ਹਿਸਾਬ ਦੇ ਨਾਲ ਇੰਨਾ ਇੱਥੋਂ ਚੱਲਣਾ ਏ। ਪਰਮਾਨੰਦ ਮਿਲਿਓ ਕੀਨ ਪ੍ਰਿਸ਼ਨ ਕੁਸ਼ਲ ਭਲੇ, ਹੀਰ ਕੈ ਬਰਾਤ ਔਰ ਵੇਹੋ ਹਰ ਖਾਈ ਕੈ। ਸਤਿਗੁਰਾਂ ਦੇ ਪਿਤਾ ਜੀ ਦੀ ਮੁਲਾਕਾਤ ਹੋਈ ਹੈ ਪਰਮਾਨੰਦ ਜੀ ਨਾਲ। ਪਰਮਾਨੰਦ ਕੌਣ ਨੇ? ਸਤਿਗੁਰਾਂ ਦੇ ਭੈਣ ਨਾਨਕੀ ਜੀ ਦੇ ਸਹੁਰਾ ਸਾਹਿਬ ਪਿਤਾ ਜੀ। ਉਹ ਆ ਕੇ ਮਿਲੇ ਆ, ਬੜਾ ਪਿਆਰ ਜਤਾਇਆ ਇੱਕ ਦੂਜੇ ਨੂੰ, ਕੁਰਮਾਚਾਰੀ ਹੈ, ਬੜਾ ਪ੍ਰੇਮ ਹੈ ਇੱਕ ਦੂਜੇ ਨਾਲ। ਕਹਿੰਦੇ ਮਿਲ ਕੇ ਉਹਨਾਂ ਨੇ ਬਰਾਤ ਦੀ ਤਾਰੀਫ ਕੀਤੀ। ਤਾਰੀਫਾਂ ਗਾਲੀਆਂ ਹੁੰਦੀਆਂ ਸੀ। ਅੱਗੇ ਲੋਕ ਬਰਾਤਾਂ ਦੇ ਵਿੱਚ ਇਨਸਾਨੀਅਤ ਦੇ ਤੌਰ ਤੇ ਜਾਂਦੇ ਸੀ, ਸ਼ਰਾਬਤਾਂ ਦੇ ਨਾਲ, ਟੌਰਾਂ ਪੂਰੀਆਂ, ਮੰਦਾ ਫੀਕਾ ਕਿਸੇ ਨੂੰ ਨਹੀਂ ਬੋਲਣਾ, ਹਰੇਕ ਚੰਗਾ ਕਹਿਣਾ, ਸਭ ਨੂੰ ਚੰਗਾ ਬੋਲਣਾ, ਤਾਂ ਜੋ ਰੈਪੋ ਰੇਟ ਇੰਨਾ ਹਾਈ ਹੋ ਜਾਂਦਾ ਸੀ। ਲੋਕ ਵੀ ਗੱਲਾਂ ਕਰਦੇ ਸੀ ਵੀ ਬਰਾਤ ਤੇ ਫਲਾਣੇ ਦੀ ਸੀ। ਅੱਜ ਕੱਲ ਜਦ ਤੱਕ ਕਿਸੇ ਦੀ ਬਰਾਤ ਚ ਗੋਲੀ ਨਾ ਚੱਲੇ, 5-7 ਸ਼ਰਾਬੀ ਨੂੰ ਕੋਈ ਕੁੱਟੇ ਨਾ, ਉਦੋਂ ਤੱਕ ਵਿਆਹ ਹੀ ਨਹੀਂ ਪੂਰ ਚੜਦਾ। ਖੁਸ਼ਾ ਦਾ ਨਾਮ ਜਦ ਤੱਕ ਇੱਕ ਦੂਜੇ ਨੂੰ ਗਾਲੀ ਗਲੋਚ ਨਾ ਹੋਵੇ ਤੇ ਫਿਰ ਸਮਝਾਉਣਾ ਪੈਂਦਾ। ਫੁੱਫੜ ਅੱਡ ਤੁਰਿਆ ਫਿਰਦਾ ਹੁੰਦਾ, ਜਵਾਈ ਟੱਬਰ ਦਾ ਅੱਡ, ਉਹ ਕਹਿੰਦਾ ਮੈਂ ਨਹੀਂ ਜਾਂਦਾ, ਮੈਨੂੰ ਨਹੀਂ ਪੁੱਛਦੇ। ਇਹਨਾਂ ਨੂੰ ਮਨਾਉਣ 'ਚ ਸਮਾਂ ਲੱਗ ਜਾਂਦਾ ਅੱਜ ਕੱਲ੍ਹ ਤੇ। ਲੋਕਾਂ ਨੂੰ ਤੇ ਕੀ ਸੰਭਾਲਣਾ ਹੈ। ਹੁਣ ਉਹਨਾਂ ਸਮਿਆਂ ਦੇ ਵਿੱਚ ਭਾਈਚਾਰਾ ਇੰਨਾ, ਪਰਮਾਨੰਦ ਕਹਿੰਦੇ ਮੇਰੇ ਲਾਇਕ ਸੇਵਾ। ਗੁਰੂ ਸਾਹਿਬ ਦੇ ਪਿਤਾ ਕਹਿੰਦੇ ਸਾਨੂੰ ਥਕਾਵਟ ਕੋਈ ਨਹੀਂ, ਅਸੀਂ ਖੁਸ਼ ਬੜੇ ਆ। ਪੁੱਤਰ ਨੂੰ ਮਿਲਾਓ ਕਿਤੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਸੀ ਸੇਵਾ ਸੁਭਾ ਕਰਕੇ, ਉਧਰ ਦੀ ਉਧਰ ਚਲੇ ਗਏ, ਨਹੀਂ ਮਿਲੇ ਪਿਤਾ ਜੀ। ਕਿਉਂ ਨਹੀਂ ਮਿਲੇ ਜੀ? ਇਸ ਕਰਕੇ ਨਹੀਂ ਮਿਲੇ ਵੀ ਕਿਤੇ ਬਾਪੂ ਇਹ ਨਾ ਪੁੱਛਣ ਲੱਗ ਜੇ ਪੁੱਤ ਕਮਾਈ ਕਿੰਨੀ ਹੋ ਗਈ। ਆਖੋ ਸਤਿਨਾਮ ਵੀ ਵਿਆਹ ਦਾ ਦਿਨ ਹੈ, ਖੁਸ਼ੀਆਂ ਦਾ ਸਮਾਂ ਹੈ। ਜੇ ਬਾਪੂ ਨੇ ਫੇਰ ਉਹੀ ਗੱਲ ਸ਼ੁਰੂ ਕਰ ਲਈ ਤੇ ਅਸੀਂ ਕੁਝ ਕਹਿ ਦੇਣਾ, ਉਹ ਤੋਂ ਬਾਅਦ ਉਹਨੇ ਗੁੱਸਾ ਖਾ ਲੈਣਾ, ਫਿਰ ਰੰਗ ਚ ਭੰਗ ਜਾਣਾ। ਮਹਾਰਾਜ ਸੱਚੇ ਪਾਤਸ਼ਾਹ ਬੁੱਧੀ ਖਾਨੇ ਤੇ ਜਾ ਕੇ ਫਿਰ ਆਪਣੀ ਸੇਵਾ ਕਰਨੀ। ਭਾਈ ਬਾਲਾ ਜੀ ਹੁਣ ਇੱਥੇ ਰੁਕੇ ਹੋਏ ਆ, ਕਹਿੰਦੇ ਖੂਬ ਸੇਵਾ ਸਭ ਦੀ ਹੋਈ, ਸਵੇਰ ਦਾ ਲੰਗਰ ਪਾਣੀ ਛਕਾਇਆ ਏ। ਸ਼ਰੌਣ ਸੁਖ ਕੰਦ ਸੁਣ ਆਏ ਜਗ ਬੰਦ ਪੁੰਨ, ਦੋ ਕਰ ਬੰਦ ਪਦ ਬੰਦੇ ਸੀਸ ਨਾਉ ਹੈ। ਜਦੋਂ ਦਿਨ ਜਾ ਚੜਿਆ 10-11 ਵਜੇ ਸਤਿਗੁਰਾਂ ਦੇ ਪਿਤਾ ਜੀ ਨੇ ਇੱਛਾ ਜ਼ਾਹਰ ਕੀਤੀ ਵੀ ਮੇਰੇ ਪੁੱਤਰ ਨੂੰ ਤੇ ਬੁਲਾਇਆ ਜਾਏ। ਜਿਹਦੀ ਬਰਾਤ ਵਿੱਚ ਚੱਲੇ ਆ ਉੱਥੇ ਮਿਲਣ ਵੀ ਨਹੀਂ ਆਇਆ। ਜਦ ਕਿ ਗੁਰੂ ਸਾਹਿਬ ਬਾਹਰ ਦੀ ਬਾਹਰ ਸੇਵਾ ਕਰਕੇ ਚਲੇ ਗਏ। ਸਤਿਗੁਰਾਂ ਦੇ ਪਿਤਾ ਦੇ ਘਰ ਸੀ। ਕਹਿੰਦੇ ਮਹਾਰਾਜ ਨੂੰ ਜਦੋਂ ਸੱਦਾ ਆਇਆ, ਸੱਚੇ ਪਾਤਸ਼ਾਹ ਉੱਠੇ, ਕਹਿੰਦੇ ਚੱਲ ਫਿਰ ਬਾਲਿਆ ਚੱਲੀਏ। ਹੁਣ ਭਾਈ ਬਾਲਾ ਜੀ ਲੈਣ ਆਏ ਸੀ, ਨਾਲ ਹੀ ਲੈ ਕੇ ਆ ਗਏ ਆ ਘਰੇ। ਆ ਕੇ ਮਿਲੇ ਆ, ਕਿਉਂਕਿ ਨਾਨਾ ਜੀ, ਨਾਨੀ ਜੀ, ਸਾਰਾ ਨਾਨਕੇ ਪਰਿਵਾਰ ਖੁਸ਼ੀਆਂ ਦੇ ਵੇਲੇ ਵਿੱਚ ਆਇਆ ਹੋਇਆ ਹੈ। ਗਰੀਬ ਨਵਾਜ ਸਤਿਗੁਰੂ ਬਿਲਕੁਲ ਸਾਦਗੀ ਦੇ ਕੱਪੜੇ ਪਾਏ ਹੋਏ ਆ, ਖੱਦਰ ਦਾ ਪਰਨਾ ਲਪੇਟਿਆ ਹੋਇਆ, ਆ ਕੇ ਸਭ ਨੂੰ ਮੁਹੱਬਤ ਨਾਲ ਮਿਲੇ ਨੇ। ਕਾਲੂ ਨੇ ਉਤਾਲ ਲੀਨਿਆਂ ਕਹਿਤ ਨਾਲ, ਭਇਓ ਪ੍ਰੀਤਮ ਮੈਂ ਵਿਸਾਲ, ਨਿਜ ਗਰੇ ਸੋ ਲਗਾਇਓ ਹੈ। ਜਦੋਂ ਪੁੱਤਰ ਨੂੰ ਦਹਲੀਜ਼ ਵਿੱਚ ਵੜਦਿਆਂ ਵੇਖਿਆ ਨਾ, ਪਿਤਾ ਕਾਲੂ ਜੀ ਭੱਜੇ ਗਏ। ਭੱਜ ਕੇ ਆਪਣੇ ਪੁੱਤ ਨੂੰ ਪਾ ਕੇ ਬਾਹਾਂ 'ਚ ਬਾਹਾਂ ਘਮਾਉਣ ਲੱਗੇ। ਕਹਿੰਦੇ ਵਾਹ ਪੁੱਤਰਾ, ਖੁਸ਼ੀਆਂ ਭਰਿਆ ਦਿਨ ਵਿਖਾਇਆ, ਮੈਨੂੰ ਬੜੀ ਖੁਸ਼ੀ ਹੈ। ਤੇਰੇ ਜਿਹਾ ਹੋਣਹਾਰ ਪੁੱਤ ਘਰੇ ਜੰਮਿਆ, ਮਰਜ ਮੁਖ ਵੱਲ ਵੇਖਣਾ। ਸਤਿਨਾਮ ਵੀ ਹੁਣ ਤੱਕ ਜ਼ਿੰਦਗੀ ਦੇ ਇੰਨੇ ਸਾਲ ਲੰਘ ਗਏ, ਸਵੇਰ ਤੋਂ ਸ਼ਾਮ ਇੱਕੋ ਹੀ ਗੱਲ ਸੁਣਨ ਨੂੰ ਮਿਲਦੀ, ਤੂੰ ਜੰਮਿਆ ਕਿਉਂ? ਕੋਈ ਤੂੰ ਘਾਟਾ ਪਾਤਾ, ਤੂੰ ਬਦਨਾਮੀ ਕਰਾਏਗਾ, ਤੈਨੂੰ ਧੀ ਕਿਹਨੇ ਦੇਣੀ ਹੈ? ਤੇ ਗੁਰੂ ਸਾਹਿਬ ਵੇਖਣ ਤੇ ਭਾਈ ਬਾਲਾ ਦੀ ਮੁਸਕਰਾਹਟ, ਕਿਉਂਕਿ ਬਾਪੂ ਖੁਸ਼ੀ ਦੇ ਬਲੋਚ ਹੈ। ਉਹ ਆਖੇ ਜਿੱਦਣ ਦਾ ਪੁੱਤ ਤੂੰ ਘਰੇ ਜੰਮਿਆ ਨਾ, ਜ਼ਿੰਦਗੀ ਸੁਧਰ ਗਈ, ਸਾਡਾ ਜੀਵਨ ਧੰਨ ਧੰਨ ਹੋ ਗਿਆ। ਬੇਦੀ ਸਭ ਔਰ ਪਰੇ ਪ੍ਰੇਮ ਤੇ ਠੋਰ, ਮਿਲੇ ਭਰ ਪਰ ਕੋਰ ਔਰ ਭਾਰੀ ਸੁਖ ਪਾਇਓ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਰੇ ਵੇਦੀ ਤਾਏ ਚਾਚੇ ਲੱਗੇ, ਕਲਬਕੜੀਆਂ ਪਾਪਾ ਮਿਲਦੇ ਆ, ਸਿਫਤਾਂ ਕਰਦੇ ਗੁਰੂ ਸਾਹਿਬ ਦੀਆਂ। ਕਹਿੰਦੇ ਪੁੱਤ ਹੁਣ ਤੀਰ ਦਾ ਚੰਦ ਹੋ ਗਿਆ, ਇੰਨਾ ਸਮਾਂ ਵੇਖ ਲਾ, ਤੂੰ ਨਹੀਂ ਬੁਲਾਇਆ ਸੀ, ਆਪ ਆਏ ਬਰਾਤ ਚ। ਬਾਅਦ ਮੁਸਕਰਾਈ ਜਾ। ਹੁਣ ਗੁਰੂ ਸਾਹਿਬ ਨੇ ਕਿਸੇ ਨੂੰ ਕੀ ਕਹਿਣਾ, ਤੇ ਇੰਨੇ ਭੋਲੇ ਸੁਭਾਅ ਦੇ ਨੇ, ਨਾ ਕਿਸੇ ਨੂੰ ਚੰਗਾ, ਨਾ ਕਿਸੇ ਨੂੰ ਮਾੜਾ, ਨਾ ਸੁਣਨਾ ਨਾ ਕਹਿਣਾ, ਹਾਂਜੀ ਹਾਂਜੀ ਕਰਦੇ ਰਹਿੰਦੇ ਆ। ਕਹਿੰਦੇ ਜਿਹੜਾ ਵੀ ਆਇਆ ਦਿਲੋਂ ਕਰਦੇ ਆ, ਸਾਡੇ ਵਾਂਗੂ ਉੱਤੋਂ ਉੱਤੋਂ ਨਹੀਂ ਵੀ ਉੱਤੋਂ ਉੱਤੋਂ ਆਖਣਾ ਜੀ ਜੀ ਕਰੀ ਨਾ, ਅੰਦਰੋਂ ਅੱਗ ਲੱਗੀ ਪਈ ਵੀ ਮਾਤਾ ਕਿਉਂ ਨਹੀਂ ਇਹ, ਅੰਦਰ ਤਾਂ ਸਾਡੇ ਆ ਚੱਲਦਾ ਹੁੰਦਾ। ਪਰ ਗਰੀਬ ਨਵਾਜ ਸਤਿਗੁਰ ਸਭ ਨੂੰ ਜੱਫੀਆਂ ਪਾ ਪਾ ਮਿਲਦੇ ਆ, ਸਭ ਦੇ ਪੈਰੀ ਹੱਥ ਲਾਉਂਦੇ ਆ, ਸਤਿਕਾਰ ਸੀ। ਤੇ ਜਦੋਂ ਸਾਰੇ ਮਿਲੇ ਨਾ, ਚਾਚਾ ਜੀ ਕੋਲ ਖੜੇ ਆ, ਮਰਜ ਪੁੱਛਦੇ ਆ, ਕਹਿੰਦੇ ਰਾਏ ਬੁਲਾਰ ਸਾਹਿਬ ਨਹੀਂ ਆਏ, ਖੁਸ਼ੀ ਹੈ?
सारी बरात आई हुई है, बरात रूप है, पर जो राय बुलार जी बारे पूछे ना थोड़ा जिहा मन भारे है, प्रेम है, प्रीत है। पिता जी कोल आए, कहते पुत्र उन्होंने वेखो तुहाडी बरात विच किन्ना कुछ भेजिया, तुहानू बड़े प्रेम नाल ओ चेते करदे ने। सुंदर किशोर लिखा बस सिर मोर निज, दौर दौर जाको जस देश देश छायो है। जिन्हां दा जस सारे पासे छाया होया है, ऐसे गुरु नानक साहब जी दी महिमा सारे करदे आ, पर सतगुरां दा ध्यान राय बुलार जी अपनी खुशियां दे समय विच हाਜ਼ਰ नहीं। उस सज्जण दा फिक्र है जिन्हें बंदगी भेजी है, जिन्हें नमस्कार भेजी है। पिता जी ने कोल आके दसिया, खान साहब चेते करते सी, बड़ा मन भरिया सी, मिलना चाहते सी। गुरु साहब ने उस पासे मुख करके सिर नवाया। प्रेम ये हुंदी भावना, बेशक राय बुलार नाल नहीं आए पर दिल करके नाल ने। गुरु नानक साहब बेशक पिंड नहीं गए, सुरत उथे फिरदी है। दोहरा कमल नैन को धन जितो, दीनो कालो हाथ, कही जराम सुनाए पुन, सब लेखे की गाथ। गुरु नानक साहब महाराज ਨੂੰ ਸਾਰਿਆਂ ਨੂੰ ਮਿਲਣ ਤੋਂ ਬਾਅਦ ਪਿਤਾ ਨੇ ਕੋਲੇ ਬਿਠਾ ਲਿਆ। ਬਾਪੂ ਜੀ ਨੂੰ ਆਵਾਜ਼ ਉੱਠੀ ਜਾਣ ਵੀ ਪੁੱਛਾਂ ਕਿੰਨੇ ਕ ਪੈਸੇ ਕਮਾ ਲਏ, ਤੇ ਗੁਰੂ ਸਾਹਿਬ ਨੇ ਅੱਖਾਂ ਪੜ੍ਹ ਲੀਆਂ ਵੀ ਇਹ ਪੁੱਛਣਗੇ ਹੁਣ। ਵੀ ਪਹਿਲਾਂ ਕਹਿ ਕੇ ਗਏ ਸੀ ਵੀ ਧਿਆਨ ਰੱਖੀ, ਪੁੱਤ ਕਮਾ ਲਈ, ਚੰਗੇ ਪੈਸੇ ਜੋੜਦੀ, ਤੇਰੇ ਵਿਆਹ ਤੇ ਖਰਚਾ ਨਹੀਂ। ਪਰ ਗਰੀਬਨ ਬਾਦ ਸੱਚੇ ਪਾਤਸ਼ਾਹ ਨੇ ਤੇ ਇੱਕ ਕੌਡੀ ਵੀ ਨਾ ਸੰਭਾਲੀ। ਤੇ ਜਦੋਂ ਸਤਿਗੁਰਾਂ ਦੇ ਜੀਜਾ ਜੀ ਨੇ ਵੇਖ ਲਿਆ ਵੀ ਹੁਣ ਗੱਲ ਇੱਧਰ ਨੂੰ ਕਰਨਗੇ, ਕਿਉਂਕਿ ਪਤਾ ਲੱਗ ਜਾਂਦਾ ਉਹਨਾਂ ਵੀ ਗੱਲ ਕੀ ਕਰਨੀ ਹੈ, ਉਹਨਾਂ ਵਕਤ ਸਾਂਭਿਆ, ਚੁੱਪ ਚਪੀਤੇ ਭੱਜੇ ਅੰਦਰ ਗਏ, ਤਜੂਰੀ ਵਿੱਚੋਂ ਕੱਢਿਆ 3000। ਇਹ ਕਿਹੜਾ ਜੀ? 3321 ਰੁਪਏ ਸਤਿਗੁਰਾਂ ਨੂੰ ਮਿਲੇ ਸੀ। 321 ਗੁਰੂ ਸਾਹਿਬ ਦਾ ਵਾਅਦਾ ਸੀ ਤੇ 3000 ਇਨਾਮ ਸੀ। 3000 ਬੜਾ ਸੀ, 3 ਲੱਖ ਵਰਗਾ ਸੀ। ਜੈਰਾਮ ਕੋਲੇ ਆਏ, ਹੁਣ ਪਿਤਾ ਜੀ ਬੜੀ ਸਿਫਤ ਕਰਦੇ ਆਪਣੇ ਪੁੱਤਰ ਦੀ, ਬਹੁਤ ਸਿਫਤ। ਜੇ ਆ ਮਾਇਆ ਨਾ ਪਹੁੰਚਦੀ ਬਸ ਫਿਰ ਪੁਰਾਣੀ ਰੀਲ ਚੱਲਣੀ ਸੀ। ਆ ਹੁਣ 15 ਮਿੰਟ ਜਿਹੜੀਆਂ ਸਿਫਤਾਂ ਕਰਕੇ ਸੀ ਨਾ ਵੀ ਪੁੱਤ ਤੂੰ ਘਰੇ ਜੰਮਿਆ, ਧੰਨ ਧੰਨ ਹੋ ਗਈ, ਦੇਖ ਵੇਦੀ ਵੰਸ ਇਕੱਠੀ ਹੋਈ। ਤੇ ਬਾਪੂ ਨੇ ਤਾਂ ਗਿਣਤੀ ਮਿਣਤੀ ਕਰਨੀ ਸੀ ਵੀ ਇਹਨੇ ਤੇ ਕਮਾਇਆ ਕੁਛ ਨਹੀਂ, ਸਵੇਰ ਤੋਂ ਸ਼ਾਮ ਤੱਕ ਘਰ ਹੀ ਲਟਾਉਂਦਾ ਰਹਿੰਦਾ ਸੀ। ਸੋਚਦੇ ਸੀ ਮਨ 'ਚ ਖਿਆਲ ਸੀ, ਬੇਵਸ ਨੇ ਰਾਏ ਬੁਲਾਰ ਨੇ ਕਹਿ ਕੇ ਭੇਜਿਆ ਵੀ ਕਲੇਸ਼ ਨਾ ਕਰਿਓ। ਬੜਿਆਂ ਨੇ ਸਮਝਾਇਆ ਹੋਇਆ ਕੀ ਕਰਿਆ ਜਾਏ, ਆਦਤਾਂ ਕਿੱਥੇ ਜਾਂਦੀਆਂ ਜੀ, ਸੁਭਾਅ ਥੋੜਾ ਜਾਂਦਾ ਹੁੰਦਾ। ਜਦੋਂ ਮਨ ਹੀ ਮਨ ਸੋਚਿਆ, ਜੈਰਾਮ ਜੀ ਨੇ ਵਕਤ ਸੰਭਾਲਿਆ ਵੀ ਆਪਾਂ ਇਹ ਮਾਇਆ ਕਰਨੀ ਵੀ ਕੀ ਹੈ, ਜੇ ਮਾਇਆ ਪਿੱਛੇ ਕਲੇਸ਼ ਹੋ ਗਿਆ ਤੇ ਫਿਰ ਗੁਰੂ ਸਾਹਿਬ ਦਾ ਮਨ ਠੀਕ ਨਹੀਂ ਰਹਿਣਾ, ਖੁਸ਼ ਨਹੀਂ ਹੋਣਗੇ। ਲਿਆ ਕੇ 3000 ਹੱਥ ਤੇ ਰੱਖਦੀ ਥੈਲੀ, ਕਹਿੰਦੇ ਆ ਕੀ ਹੈ? ਕਹਿੰਦੇ ਪਿਤਾ ਜੀ, ਜੈਰਾਮ ਆਖਦੇ ਆ, ਪਿਤਾ ਜੀ ਖੁਸ਼ ਹੋਵੋ, ਤੁਹਾਡੇ ਪੁੱਤਰ ਦੀ ਨੇਕ ਕਮਾਈ ਦੇ ਵਿੱਚ ਜੋ ਵਾਧਾ ਮਿਲਿਆ, ਜੋ ਬਰਕਤ ਹੈ, ਅੱਜ ਵਿਆਹ ਤੇ ਖਰਚਣ ਨੂੰ ਤੁਹਾਨੂੰ ਸੌਂਪੀ। ਆਖੋ ਸਤਿਨਾਮ। ਮੈਂ ਕਹਿੰਦਾ ਬਾਪੂ ਨੇ ਖੁਸ਼ੀ 'ਚ ਗਿਣੇ ਵੀ ਨਹੀਂ। ਕਹਿੰਦੇ ਅੱਛਾ, ਕਹਿੰਦੇ ਹਾਂਜੀ, ਕਹਿੰਦੇ ਗੁਰੂ ਸਾਹਿਬ ਨੇ ਇੰਨਾ ਕਮਾਇਆ ਹੋਇਆ, 3000 ਸਮੇਂ ਦੇ ਨਵਾਬ ਨੇ ਦਿੱਤਾ। ਕੋਲ ਬਿਠਾ ਕੇ ਕਹਿੰਦੇ ਫਿਰ ਪੁੱਤ ਕੀ ਹੈ? ਕੋਈ ਗੱਲਾਂ, ਅੱਜ ਪੁੱਤ ਮਾੜਾ ਕੰਮ ਕਰਕੇ ਆ ਜੇ, ਬਾਪੂ ਮਾਂ ਦੇ ਦੁਆਲੇ ਹੋ ਜਾਂਦਾ। ਦੇਖ ਤੇਰਾ ਮੁੰਡਾ ਇਹੋ ਜਿਹਾ ਹੈ, ਤੇਰੀ ਕੁੜੀ ਇਹੋ ਜਿਹੀ ਹੈ, ਕੀ ਕਰੀਏ ਅਸੀਂ? ਸਿਰ ਨੀਵਾਂ ਕਰਾਤਾ। ਜਿੱਦਣ ਕਿਤੇ ਫਸਟ ਆ ਜੇ, ਕੋਈ ਚੰਗਾ ਮੈਡਲ, ਚੰਗੀ ਨੌਕਰੀ, ਫਿਰ ਪਤਾ ਕੀ ਪਿਓ ਆਖੂ ਹੰਕਾਰ ਖਿੱਲੇ, ਫਿਰ ਨਿਆਣੇ ਕਿਹਦੇ ਆ, ਪੁੱਤ ਕਿਹਦਾ ਹੈ, ਧੀ ਕਿਹਦੀ ਹੈ, ਵੀ ਜੇ ਮਾੜੇ ਕੰਮ ਕਰੇ ਬੇਬੇ ਹਿੱਸੇ ਪਾ ਦੋ, ਚੰਗੇ ਕਰੇ ਆਪਾਂ। ਗੁਰੂ ਸਾਹਿਬ ਕੋਲੇ ਬੈਠੇ ਮਰਦ ਨਾ ਹੱਸੇ ਨਾ ਮੁਸਕਰਾਏ। ਜੀਜਾ ਜੈਰਾਮ ਸਤਿਗੁਰਾਂ ਦੇ ਕਹਿਣ ਲੱਗੇ, ਵੇਖੋ ਜੀ ਬੜੀ ਰੱਬ ਦੀ ਕਿਰਪਾ, ਲੋਕਾਂ ਨੇ ਇਹਨਾਂ ਨੂੰ ਬਦਨਾਮ ਕਰਨ ਵਾਸਤੇ, ਮੋਦੀ ਖਾਨੇ ਨੂੰ ਤਾਲਾ ਲਵਾਉਣ ਵਾਸਤੇ ਇੰਨਾ ਕੁਛ ਕੀਤਾ, ਪਰ ਨਾਨਕ ਜੀ ਨੇ 321 ਕਮਾਇਆ। ਆ 3000 ਇਨਾਮ ਵਜੋਂ ਮਿਲੇ ਆ। ਤੇ ਬਾਪੂ ਤੇ ਪਹਿਲੇ ਵਿਆਹ 'ਚ ਬੜਾ ਖੁਸ਼ ਸੀ। ਕਹਿੰਦੇ ਜਦ 3000 ਹੱਥ ਲੱਗ ਗਿਆ, ਉਹ ਪੈਸੇ ਦਾ ਸਰੂਰ ਹੀ ਇਹੋ ਜਿਹਾ ਹੁੰਦਾ ਹੈ, ਕਾਲਾ ਕਲੂਟਾ ਜਿਹਾ ਬੰਦਾ ਹੋਵੇ ਨਾ ਤੇ 4 ਆ ਜਾਣ ਪੈਸੇ, ਚੰਗੀ ਆ ਤੇ 3-4 ਕਰੋੜ ਦੀ ਗੱਡੀ, ਮੈਂ ਕਹਿੰਦਾ ਉਹ ਵੀ ਨਿਖਰਿਆ ਫਿਰਦਾ ਹੁੰਦਾ। ਆਖੋ ਸਤਿਨਾਮ। ਭਾਵੇਂ ਮਹੀਨਾ ਨਾ ਨਹਾਵੇ ਉਹ ਵੀ ਗੋਰਾ ਲੱਗਦਾ। ਤੇ ਗਰੀਬ ਬੰਦਾ ਵਿਚਾਰਾ ਜਿੰਨਾ ਮਰਜ਼ੀ ਮੇਰੇ ਵਰਗਾ ਕਰੀਮਾਂ ਲਾਈ ਜਾਏ, ਮੂੰਹ ਹੀ ਸਾਫ਼ ਹੁੰਦਾ। ਕੀ ਕਰੇ ਉਹ? ਹੁਣ ਪੈਸੇ ਦੀ ਅਮੀਰੀ ਇੱਕ ਸਰੂਰ ਲੈ ਕੇ ਆਉਂਦੀ ਹੈ। ਸਤਿਗੁਰਾਂ ਦੇ ਪਿਤਾ ਨੇ ਜਿਸ ਵੇਲੇ ਮਾਇਆ ਬਾਰੇ ਸੁਣਿਆ, ਉਹ ਪਟਵਾਰੀ ਦੀ ਖੁਸ਼ੀ ਝੂਮ ਗਏ, ਨੱਚ ਪਏ। ਕਹਿੰਦੇ ਹੁਣ ਹੋਇਆ ਸੋਨੇ ਤੇ ਸੁਹਾਗਾ। ਸੋਰਠਾ
ਔਰ ਧਰਿ ਹਰਖ ਵਿਸਾਲ, ਕਾਲੂ ਬੋਲਿਓ ਬਚਨ ਤਬ, ਖਰਚਨ ਕੋ ਅਬ ਕਾਲ, ਭਲਾ ਭਇਓ ਧਨ ਬਹੁ ਕਰਿਓ। ਆਪਣੇ ਪੁੱਤਰ ਨੂੰ ਆਖਣ ਲੱਗੇ, ਪੁੱਤ ਤੂੰ ਪਿਤਾ ਦੇ ਬਚਨਾਂ ਤੇ ਫੁੱਲ ਚੜਾਏ ਨੇ, ਆ 3000 ਤੇਰਾ ਮੈਂ ਤੇਰੀ ਬਰਾਤ ਵਿੱਚ ਤੇਰੀ ਖੁਸ਼ੀ ਤੇ ਖਰਚ ਦੇ 3000 ਤੇਰਾ। ਮੈਂ ਨਹੀਂ ਪੈਂਦਾ ਕੰਮ, ਆਪਣੇ ਪੈਸੇ ਨੇ, ਜੇ ਆਪਣੇ ਦੀ ਲੱਗ ਗਈ ਔਖਾ ਨਹੀਂ। ਦੂਜਾ ਲਿਆ ਕੇ ਸਿੱਟੇ। ਬੱਚੇ ਅੱਜ ਕੱਲ ਆਪਣੀ ਕਮਾਈ ਨਹੀਂ ਦਿੰਦੇ, ਕਹਿੰਦੇ ਮਾਂ ਬਾਪ ਤੋਂ ਲਓ, ਖਰਚੇ ਨਾ ਤੋਂ ਕਰਾਓ, ਆਪਣੀ ਸੇਵ ਕਰੋ। ਕਿੱਡੀ ਚਲਾਕੀ ਹੈ, ਸਿਆਣਪਾ ਨਾ। ਤੇ ਮਾਪੇ ਮੂੰਹ ਵਿੱਚ ਆ ਕੇ ਹੁਣੇ ਲਾਈ ਜਾਂਦੇ ਸਾਰਾ ਕੁਝ, ਉਹ ਆਪਣੇ ਸਾਹਮਣੇ ਖਾਂਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪੂ ਆਖੇ, ਉਹ ਸੋਚਦੇ ਅੰਦਰ ਵੀ ਚਲੋ ਮੇਰਾ 3000 ਤੇ ਬਚਿਆ, ਵੀ ਜਿਹੜਾ ਇੱਧਰੋਂ 3 ਆਇਆ 3 ਲੱਖ ਵਰਗਾ ਹੈ, ਵੀ ਚਲੋ ਆਪਣੇ ਪੈਸੇ ਘੱਟ ਨਹੀਂ, ਆਪਾਂ ਇਹੀ ਲਾਵਾਂਗੇ। ਪੁੱਤਰ ਤੇਰੇ ਪੈਸੇ, ਤੇਰੀ ਮਿਹਨਤ ਦੀ ਕਮਾਈ ਤੇਰੇ ਵਿਆਹ ਦੀ ਉਡਾਵਾਂਗੇ ਖੁਸ਼ੀ ਵਿੱਚ। ਕੋਈ ਉਹਨਾਂ ਸਮਿਆਂ 'ਚ ਸ਼ਰਾਬਾਂ ਦੇ ਜਾਮ ਨਹੀਂ ਸੀ ਚੱਲਦੇ ਹੁੰਦੇ, ਲੋਕ ਬਹੁਤ ਸਮਝਦਾਰ ਸੀ। ਕਰਦੇ ਕੀ ਸੀ? ਲੋੜਵੰਦਾਂ ਤੋਂ ਮਾਇਆਵਾਰ ਨਹੀਂ, ਮੱਲ ਅਖਾੜੇ ਲੱਗਣੇ, ਕੁਸ਼ਤੀਆਂ ਹੋਣੀਆਂ, ਇਨਾਮ ਰੱਖਦੇ ਨੇ। ਅੱਗੇ ਲੋਕਾਂ ਦੀਆਂ ਖੁਰਾਕਾਂ ਵੀ ਸੀ, ਸਿਹਤਾਂ ਵੀ ਸੀ, ਤੇ ਲੋਕ ਸ਼ੌਕੀਨ ਸਨ ਇਹਨਾਂ ਖੇਡਾਂ ਦੇ। ਵਿਆਹਾਂ ਵਿੱਚ ਇਹ ਚੀਜ਼ਾਂ ਹੁੰਦੀਆਂ ਸੀ। ਤੇ ਬਾਪੂ ਕਹਿੰਦਾ 3000 ਪੁੱਤ ਤੂੰ ਕਮਾ ਕੇ ਲੈ ਕੇ ਆਇਆ, ਕਾਲਜੇ ਠੱਡ ਪੈ ਗਈ। ਔਰ ਭੇਵ ਨਹਿ ਜਾਨ, ਏਕ ਦਰਵ ਕੀ ਲਾਲਸਾ, ਜੋ ਨ ਕਰੈ ਪਹਿਚਾਨ, ਕਰਤਾ ਹਰਤਾ ਜਗਤ ਕੋ। ਭਾਈ ਬਾਲਾ ਜੀ ਆਖਣ ਲੱਗੇ ਹੈ, ਗੁਰੂ ਅੰਗਦ ਦੇ ਪਾਤਸ਼ਾਹ, ਪਿਤਾ ਜੀ ਨੂੰ ਸਿਰਫ ਮਾਇਆ ਦੀ ਲਾਲਸ ਹੈ। ਮਾਇਆ ਮਿਲ ਗਈ, ਕੋਈ ਫਰਕ ਨਹੀਂ ਦੁਨੀਆ ਦਾ, ਕੋਈ ਪਰਵਾਹ ਨਹੀਂ। ਕਹਿੰਦੇ ਆਪਣੇ ਪੁੱਤਰ ਪਰਮੇਸ਼ਰ ਪਿਆਰੇ ਨੂੰ ਪਛਾਣ ਨਾ ਸਕੇ, ਅਜੇ ਵੀ ਨਹੀਂ ਪਛਾਣਿਆ ਉਹਨਾਂ ਨੇ। ਕਿਉਂ? ਕਿਉਂਕਿ ਮਰਦ ਨੇ ਪਰਦਾ ਪਾਇਆ ਹੋਇਆ ਹੈ। ਮਾਇਆ ਦੇ ਮੋਹ ਵਿੱਚ ਪਿਤਾ ਇੰਨੇ ਪ੍ਰਸੰਨ, ਇੰਨੇ ਖੁਸ਼, ਪੁੱਤਰ ਦੀਆਂ ਸਿਫਤਾਂ ਦੇ ਕੋਲ ਪਤਾ ਨਹੀਂ ਜਾਂਦੇ। ਸਿਫਤ ਸਦਾ ਹੀ ਮਾੜੀ ਹੈ। ਕਿਉਂ? ਅੱਜ ਸਿਫਤ ਕਰੋਗੇ, ਕੱਲ ਬੁਰਾ ਕਹੋਗੇ, ਫਿਰ ਆਪ ਹੀ ਰੋਵੋਗੇ। ਮੈਂ ਤੇ ਚੰਗਾ ਕਹਿੰਦਾ ਸੀ, ਅੱਜ ਬੁਰਾ ਕਹਿਣਾ ਪੈ ਗਿਆ। ਨਾ ਹੀ ਬੁਰਾ ਕਹੋ, ਨਾ ਹੀ ਕਰੋ ਸਿਫਤਾਂ, ਕਿਉਂਕਿ ਜਿਹੜਾ ਬੰਦਾ ਆਪਣੇ ਪਰਿਵਾਰ ਦੀਆਂ ਸਿਫਤਾਂ ਕਰਦਾ ਹੈ, ਰਾਜਨੀਤੀ ਕਹਿੰਦੀ ਹੈ ਆਪਣੀ ਪਤਨੀ, ਆਪਣਾ ਨੌਕਰ, ਆਪਣਾ ਪੁੱਤਰ ਜਿੱਦਣ ਸਿਫਤ ਕਰਤੀ ਉਦਣ ਹੀ ਘਰੋਂ ਬਾਹਰ। ਆਖੋ ਸਤਿਨਾਮ। ਫਿਰ ਤਾਂ ਨਹੀਂ ਹੁੰਦੇ, ਵਸ ਨਹੀਂ ਹੁੰਦੇ, ਸਿਫਤਾਂ ਉਜਾੜ ਦਿੰਦੀਆਂ ਨੇ। ਪਿਤਾ ਦੀ ਸਿਫਤ ਕਰੀ ਜਾਣ ਕੋਲੇ ਬੈਠੇ, ਨਾਲ ਦੇ ਬੇਟੀਆਂ ਨੇ ਇਸ਼ਾਰਾ ਕੀਤਾ, ਬਸ ਕਰ। ਪਹਿਲਾਂ ਤੇ ਕਹਿੰਦਾ ਸੀ ਪੁੱਤ ਕਹਿਣਾ ਨਹੀਂ ਮੰਨਦਾ, ਪੁੱਤ ਮੇਰਾ ਵਿਹਲਾ। ਜਦ ਤੂੰ ਪੁੱਤ ਦੀ ਸਿਫਤ ਕਰੇਗਾ, ਉਹ ਕੰਮ ਕਰੂ। ਫਿਰ ਸਵੇਰੇ ਸਵੇਰੇ ਤੁਹਾਡੇ ਬੱਚੇ ਉੱਠੇ ਹੁਣ ਸਿਫਤ ਕਰਦੇ, ਵਾਹ ਪੁੱਤ ਸਰ ਜਲਦੀ ਉੱਠ ਜਾਣ ਵਾਲਾ, ਦੂਜੇ ਦਿਨ 10 ਵਜੇ ਉਠਾਉਣਾ ਪੈਂਦਾ। ਇੱਕ ਦਿਨ ਕੰਮ ਕਰਕੇ ਵਧੀਆ ਨੌਕਰੀ ਤੋਂ ਆਇਆ, ਸਿਫਤ ਕਰਦੇ ਹੋ, ਪੰਪ ਮਾਰਦੇ ਹੋ, ਦੂਜੇ ਦਿਨ ਕਹਿੰਦਾ ਲੈ ਘਰਦਿਆਂ ਨੂੰ ਕਿਹੜਾ ਭਰੋਸਾ ਹੀ ਆਪਣੇ ਤੇ, ਉਹਨਾਂ ਨੇ ਕੀ ਕਹਿਣਾ, ਤੂੰ ਮਰਜ਼ੀ ਕਰੀ ਜਾਓ। ਸਿਫਤ ਨਹੀਂ ਕਰਨੀ। ਕਰਨਾ ਕੀ ਹੈ? ਤੁਹਾਡੇ ਬੱਚੇ ਇੰਨੇ ਚੰਗੇ ਹੋਣ ਕੰਮਾਂ ਕਰਕੇ ਲੋਕ ਸਿਫਤ ਕਰਨ, ਤੁਸੀਂ ਨਾ ਕਰੋ ਤੇ ਚੰਗਾ ਆਖੋ ਸਤਿਨਾਮ। ਸਤਿਗੁਰਾਂ ਦੇ ਪਿਤਾ ਮਾਇਆ ਦੇ ਮੋਹ ਦੇ ਵਿੱਚ ਨੇ, ਖੇਡ ਪਾਈ ਹੋਈ ਹੈ, ਪੁੱਤਰ ਦੀਆਂ ਸਿਫਤਾਂ ਕਰੀ ਜਾਂਦੇ ਆ। ਪਰ ਚਾਚਾ ਜੀ ਚਾਹੁੰਦੇ ਸੀ ਵੀ ਨਾ ਕਰ ਸਿਫਤਾਂ, ਕਿਉਂਕਿ ਜਦੋਂ ਫਿਰ ਉਹ ਮਾੜਾ ਬੋਲਣ ਤੇ ਆਉਣਗੇ ਫਿਰ ਭੁੱਲ ਜਾਣਗੇ ਮੈਂ ਸਿਫਤ ਵੀ ਕੀਤੀ ਹੈ। ਲੋੜ ਤੋਂ ਬਾਅਦ ਸਿਫਤ, ਲੋੜ ਤੋਂ ਬਾਅਦ ਬੁਰਾਈ ਪਾਪ ਦਾ ਹੀ ਰੂਪ ਹੁੰਦਾ ਹੈ। ਪਰ ਉਹ ਆਪਣੇ ਪੁੱਤਰ ਦੀ ਸਿਫਤ ਖੁਸ਼ੀ 'ਚ ਕਰਦੇ ਆ। ਕਹਿੰਦੇ ਮੇਰਾ ਪੁੱਤ ਹੋਣਹਾਰ ਹੈ, ਮੇਰਾ ਪੁੱਤ ਸਿਆਣਾ ਹੈ, ਇਹ ਸਮਝਦਾਰ ਹੋ ਗਿਆ, ਪੈਸੇ ਸਾਂਭਣ ਲੱਗ ਗਿਆ। ਭਾਈ ਬਾਲਾ ਜੀ ਕਹਿੰਦੇ ਮਹਾਰਾਜ ਪਿਤਾ ਨੂੰ ਸਿਰਫ ਮਾਇਆ ਦੀ ਕਦਰ ਹੈ। ਅੱਜ ਵੀ ਮਾਇਆ ਦੇ ਗੁਣ ਗਾਉਂਦੇ ਨੇ। ਬਿਤ ਨਾਨਾ ਬਿਦ ਭੋਜਨ ਕਰਾਏ ਕੈ, ਜਮਾਏ ਨਰ ਬਣਤੈ ਕੀ ਪੰਤੈ ਵਿਸਾਏ, ਹਿਤ ਖਾਨ ਕੋ। ਭੋਜਨ ਛਕਾਇਆ ਗਿਆ, ਇੱਥੋਂ ਦੀਆਂ ਔਰਤਾਂ ਦੀਆਂ ਅਲੱਗ ਪੰਗਤਾਂ ਬਣਾਈਆਂ ਗਈਆਂ, ਮਰਦ ਇੱਕ ਪਾਸੇ ਲੈ ਕੇ ਭੋਜਨ ਛਕਦੇ ਆ। ਸਤਿਗੁਰਾਂ ਦੇ ਪਿਤਾ ਜੀ ਸਿਫਤ ਲੱਗੇ ਹੋਏ ਕਰਨ, ਫਿਰ ਆਪਣੇ ਪੁੱਤਰ ਦੀ ਜਿਹੜਾ ਕਹਿੰਦਾ ਸਿਫਤ ਕਰੀ। ਅਸਲ ਵਿੱਚ ਕੋਈ ਕਿਸੇ ਦੀ ਸਿਫਤ ਨਹੀਂ ਕਰਦਾ। ਧੀ ਪੁੱਤ ਕੀ ਹੁੰਦੇ ਆ? ਜਿੱਦਣ ਪੁੱਤ ਘਰੇ ਸੁੱਤਾ ਹੁੰਦਾ ਹੈ, ਧੀ ਘਰ ਸੁੱਤੀ ਹੁੰਦੀ, ਕੰਮ ਤੇ ਨਹੀਂ ਨਾ ਜਾਂਦੇ, ਗਾਲਾਂ ਕੱਢਦੇ ਆ। ਤੇ ਜਿਸ ਨੂੰ ਕੰਮ ਤੇ ਲੱਗੇ ਨਾ 4 ਪੈਸੇ ਆਉਣ ਲੱਗੇ, ਫਿਰ ਲੋਕਾਂ ਨੇ ਖੜ ਖੜ ਕਹਿੰਦੇ ਮੇਰਾ ਪੁੱਤ ਬਹੁਤ ਕੰਮ ਕਰਦਾ ਹੈ, ਇੰਨੇ ਘੰਟੇ ਕੰਮ ਕਰਦਾ ਹੈ, ਬੜਾ ਹੋਣਹਾਰ ਹੈ। ਭਾਈ ਉਹ ਬੱਚਿਆਂ ਦੀ ਸਿਫਤ ਨਹੀਂ, ਸਿਰਫ ਪੈਸੇ ਦੀ ਸਿਫਤ ਹੈ। ਕੋਈ ਕਿਸੇ ਦੀ ਇੱਜ਼ਤ ਨਹੀਂ ਕਰਦਾ। ਸਮਾਜ ਵਿੱਚ ਇੱਜ਼ਤਾਂ
ਧਰਮ ਨੂੰ ਛੱਡ ਕੇ ਸਿਰਫ ਮਾਇਆ ਦੀ। ਅੱਜ ਤੇ ਧਰਮ ਦੀ ਦੁਨੀਆ ਦੇ ਵਿੱਚ ਵੀ ਜੇ ਤੁਹਾਡੇ ਕੋਲ ਵਧੀਆ ਗੱਡੀ ਹੈ, ਚੰਗੇ ਕੱਪੜੇ ਪਾਉਣੇ ਹੋ, 15-20 ਚੇਲੇ ਲਈ ਫਿਰਦੇ ਹੋ, ਤਾਂ ਤੁਹਾਡੀ ਇੱਜ਼ਤ ਹੈ। ਸਮਾਜ ਲਈ ਤੁਹਾਨੂੰ ਐਵੇਂ ਹੀ ਸਮਝਦਾ ਟੈਂਪਰੇਰੀ, ਤੁਹਾਨੂੰ ਗਾਉਣਾ ਵੀ ਨਾ ਆਉਂਦਾ ਹੋਵੇ, ਨਾ ਸੁਰ ਲਾਉਣੀ ਆਉਂਦੀ ਹੋਵੇ, ਨਾ ਤਾਲ ਲਾਉਣੀ ਹੁੰਦੀ, ਮੇਰੇ ਵਰਗਾ ਬਹਿ ਜੇ ਕਥਾ ਕਰਨ, ਨਾ ਕੱਖ ਆਵੇ, ਬਸ ਸਭ ਕੁਝ ਵਧੀਆ ਹੋਣਾ ਚਾਹੀਦਾ। 15-20 ਚਮਚੇ ਦੇ ਨਾਲ ਇਹੋ ਜਿਹੇ ਹੋਣੇ ਚਾਹੀਦੇ ਵੀ ਬੜੀ ਪ੍ਰਭਾਵਸ਼ਾਲੀ ਗੱਲ ਦੇ ਜਕਾਰੀ ਦੇ ਜਕਾਰਾ ਕੋਈ ਹੋਣੀ। ਫਿਰ ਕਹਿੰਦੇ ਲੋਕੀ ਬਾਬਾ ਜੀ ਬ੍ਰਹਮ ਗਿਆਨੀ। ਜੇ ਸਭ ਕੁਝ ਵੀ ਆਉਂਦਾ ਹੋਇਆ ਨਾ, ਇਸ ਕੌਮ 'ਚ ਵਿਦਵਾਨਾਂ ਦੀ ਕਿੰਨੀ ਕਦਰ ਹੈ, ਵੇਖਿਓ ਕਦੇ ਜਾ ਕੇ। ਸਿੱਖ ਪੰਥ ਵਿੱਚ ਵਿਦਵਾਨਾਂ ਦੀ ਕੀ ਕਦਰ ਹੈ, ਚੰਗੀ ਰਾਗੀ ਢਾਡੀਆਂ ਦੀ ਕੀ ਕਦਰ ਹੈ, ਚੰਗੇ ਸ਼ੁੱਧ ਪਾਠੀਆਂ ਦੀ ਕੀ ਕਦਰ ਹੈ, ਦੱਸੋ ਤੇ ਸਹੀ। ਜਿਹਦੇ ਕੋਲ ਪੈਸਾ ਨਾ, ਜਪਜੀ ਸਾਹਿਬ ਦਾ ਰਹਿ ਰਸ ਵੀ ਬਣਾਈ ਜਾਏ, ਲੋਕੀ ਕਹਿੰਦੇ ਭਾਈ ਸਾਹਿਬ ਪਾਠ ਹੀ ਬੜਾ ਸੋਹਣਾ, ਸਤਿਨਾਮ ਕੱਖ ਨਾ ਆਉਂਦਾ ਹੋਵੇ, ਇੱਕ ਕੌੜਾ ਸੱਚ ਹੈ। ਸਿਰਫ ਅਸੀਂ ਪੈਸੇ ਦੀ ਕਦਰ ਕਰਦੇ, ਮਾਇਆ ਨੂੰ ਮਾਇਆ ਖਿੱਚਦੀ ਹੈ। ਉਹ ਵਿਰਲੇ ਨੇ ਜਿਹੜੇ ਗੁਣਾਂ ਦੀ ਕਦਰ ਕਰਦੇ। ਕੌਣ ਕਰਦੇ? ਜਿਨ੍ਹਾਂ ਨੂੰ ਗੁਰੂ ਦੀ ਸੋਝੀ ਹੈ, ਜਿਨ੍ਹਾਂ ਨੂੰ ਗੁਰਮਤਿ ਦਾ ਗਿਆਨ ਹੈ। ਗਰੀਬੀ ਨਹੀਂ ਵੇਖਦੇ, ਅਮੀਰੀ ਨਹੀਂ ਵੇਖਦੇ, ਪੈਸਾ ਨਹੀਂ ਵੇਖਦੇ। ਉੱਥੇ ਕੁੱਲੀਆਂ ਵਿੱਚ ਬੈਠੇ ਬੰਦਗੀ ਵਾਲੇ ਨੂੰ ਲੱਭ ਲੈਂਦੇ ਆ ਵੀ ਉਹ ਹੀਰੇ ਕਿਹੜੇ ਆ, ਜਿਨ੍ਹਾਂ ਦੇ ਪੱਲੇ ਬੰਦਗੀ ਹੈ। ਸਤਿਗੁਰਾਂ ਦੇ ਪਿਤਾ ਸਿਫਤਾਂ ਕਰੀ ਜਾਣ। ਚਾਚਾ ਜੀ ਨੇ ਇਸ਼ਾਰਾ ਕੀਤਾ ਗੁਰੂ ਸਾਹਿਬ ਦੇ, ਕਹਿੰਦੇ ਬਸ ਕਰ, ਤੂੰ ਸਿਫਤਾਂ ਕਰਨੀਆਂ, ਇੱਥੇ ਰੌਲਾ ਪਾਉਣਾ ਤੇ ਤੂੰ ਮੋਦੀ ਖਾਨੇ ਤੇ ਜਾ ਕੇ ਫਿਰ ਲਾਂਭਾ ਦੇਣਾ। ਤੇ ਫਿਰ ਬੇਇੱਜ਼ਤੀ ਕਰਨ ਵੇਲੇ ਵੀ ਆਲਾ ਦਾਲਾ ਨਹੀਂ ਵੇਖਣਾ ਕੌਣ ਖੜਾ ਹੈ, ਕਿੰਨੇ ਸੁਣਦੇ ਨੇ। ਗੁਰੂ ਸਾਹਿਬ ਦੇ ਪਿਤਾ ਖੁਸ਼ੀ ਜ਼ਿਆਦਾ ਸੀ, ਉਹਨਾਂ ਤੋਂ ਸਾਂਭੀ ਜਾਂਦੀ ਨਹੀਂ। ਔਰ ਜੇ ਹੈ ਊਚ ਨੀਚ ਸਭ ਕੋ ਆਹਾਰ ਦੀਨੇ, ਨੀਕੇ ਪਕਵਾਨ ਖਾਨ ਕੀਨੇ ਸੁਖ ਮਾਨ ਕੇ। ਇੱਥੇ ਲੰਗਰ ਬਣਾਇਆ, ਪਰ ਇਹਨੂੰ ਲੰਗਰ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇੱਥੇ ਜਾਤੀ ਭੇਦ ਸੀ। ਖੱਤਰੀ ਤੇ ਬ੍ਰਾਹਮਣਾਂ ਨੇ ਅਲੱਗ ਰੋਟੀ ਖਾਧੀ, ਔਰਤਾਂ ਨੇ ਅਲੱਗ ਖਾਧੀ। ਫਿਰ ਵਾਰੀ ਆਈ ਸ਼ੂਦਰਾਂ ਤੇ ਵੈਸਾਂ ਦੀ, ਕਿਉਂਕਿ ਉਦੋਂ 4 ਵਰਨਾਂ 'ਚ ਲੋਕ ਵੰਡੇ ਹੋਏ ਸੀ ਵੀ ਇਹ ਨੀਚ ਜਾਤ ਹੈ, ਸ਼ੂਦਰ ਹੈ, ਸਾਡੇ ਕੋਲ ਨਾ ਬਹਿ ਜੇ। ਇਹ ਚੀਜ਼ਾਂ ਦੀ ਪ੍ਰਥਾ ਗੁਰੂ ਸਾਹਿਬ ਨੇ ਖਤਮ ਕੀਤੀ ਹੈ। ਆਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਜੀ, ਤੁਸੀਂ ਪਲੇਨ 'ਚ ਇਕੱਠੇ ਬੈਠੇ ਹੋ ਇੰਡੀਅਨ ਏਅਰਲਾਈਨਾਂ 'ਚ। ਇਹ ਗੁਰੂ ਸਾਹਿਬ ਦੀ ਕਿਰਪਾ, ਤੁਸੀਂ ਟ੍ਰੇਨਾਂ 'ਚ ਇਕੱਠੇ ਸਫ਼ਰ ਕਰਦੇ ਹੋ, ਸਰੋਵਰਾਂ ਤੇ ਇਸ਼ਨਾਨ ਕਰਦੇ ਹੋ, ਹੋਟਲਾਂ, ਰੈਸਟੋਰੈਂਟ, ਢਾਬਿਆਂ ਤੇ ਇਕੱਠੇ ਬੈਠੇ ਹੋ। ਉਹ ਇੱਥੇ ਜੇ ਅੱਜ ਦੀ ਮਨੂਵਾਦੀ ਆ ਗਈ ਨਾ, ਜਿਹੜਾ ਸੰਵਿਧਾਨ ਚੱਕੀ ਫਿਰਦੇ ਆ, ਬਸ ਫਿਰ ਇਹੀ ਵੇਖ ਲਓ ਵੀ ਬ੍ਰਾਹਮਣ ਕਹਿੰਦਾ ਵੀ ਆਹ ਬਾਕੀ ਜਿਹੜੇ ਲੋਕ ਇਹਨਾਂ ਦਾ ਪਰਛਾਵਾਂ ਨਹੀਂ ਬਣਨਾ ਚਾਹੀਦਾ। ਵੇਖਿਓ ਕਿਤੇ ਜੇ ਪਰਛਾਵਾਂ ਪੈ ਗਿਆ, ਕੰਨਾਂ 'ਚ ਸਿੱਕਾ ਢਾਲ ਕੇ ਪਾ ਦਿਓ, ਆਹ ਗੁਰ ਸੀ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਇਸ ਭਾਰਤ ਦੇਸ਼ ਉੱਤੇ ਅੱਜ ਜੇ ਅਸੀਂ ਇਕੱਠੇ ਤੁਰੇ ਫਿਰਦੇ ਹਾਂ, ਜੇ ਪੰਗਤ ਵਿੱਚ ਇਕੱਠੇ ਬੈਠੇ ਆ, ਸਰੋਵਰਾਂ 'ਚ ਇਕੱਠੇ ਇਸ਼ਨਾਨ ਕਰਦੇ ਆ, ਗੁਰਧਾਮਾਂ ਦੀ ਸੰਗਤ ਵਿੱਚ ਇਕੱਠੇ ਬੈਠੇ ਆ ਨਾ, ਤੇ ਸਮਾਜ ਵਿੱਚ ਵੀ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ। ਬ੍ਰਾਹਮਣ ਕਿੱਥੇ ਲੰਗਰ ਲਾਉਂਦਾ ਸੀ ਕਿਸੇ? ਥੋੜ੍ਹਾ ਤੇ ਸਹੀ ਇਤਿਹਾਸ ਉਸ ਵੇਲੇ ਦਾ। ਮੁਗਲਾਂ ਦੇ ਸ਼ਾਸਨ ਕਾਲ ਦੇ ਵਿੱਚ ਵੀ ਬ੍ਰਾਹਮਣ ਦਾ ਜ਼ਹਿਰ ਇੰਨਾ ਸੀ, ਉਹ ਕਹਿੰਦਾ ਸੀ ਇਹ ਸ਼ੂਦਰ ਲੋਕ ਨੇ, ਸਾਡੀ ਜੇ ਗਲੀ ਵਿੱਚੋਂ ਲੰਘੇ ਤੇ ਗਲੀ ਤੋਂ ਨਿਕਲਣੀ ਹੈ। ਜੇ ਸ਼ੂਦਰ ਦਾ ਪਰਛਾਵਾਂ ਪੈ ਗਿਆ ਤੇ ਸਾਨੂੰ ਸਿਰ ਤੋਂ ਪੈਰਾਂ ਤੱਕ ਗੰਗਾ ਨਹਾਉਣਾ ਪੈਣਾ ਜਾ ਕੇ। ਇੰਨਾ ਮਾੜਾ ਸਮਝਦੇ ਸੀ ਨੀਚ ਜਾਤ ਕਰਕੇ ਵੀ ਛੋਟੇ ਲੋਕ ਨੇ। ਇਹ ਤੇ ਸਤਿਗੁਰਾਂ ਦੀਆਂ ਰਹਿਮਤਾਂ ਨੇ। ਅੱਜ ਜਾਤਾਂ ਪਾਤਾਂ ਦਾ ਕੋੜ ਖਤਮ ਹੈ, ਸਿਰਫ ਸਾਡੇ ਸਿੱਖਾਂ ਦੀ ਰਹਿ ਗਿਆ ਮਾੜਾ ਮੋਟਾ ਵੀ ਮੈਂ ਫਲਾਣਾ, ਉਹ ਆਪਣੇ ਨਾਲ ਗੂਠ ਲਾਈ ਫਿਰਦੇ। ਇਹ ਹੰਕਾਰ ਹੈ, ਨਰਕਾਂ ਦੀ ਥਾਂ ਹੈ ਸਾਰੀ, ਇਹ ਤੋਂ ਵੱਧ ਕੇ ਕੁਛ ਨਹੀਂ। ਜਿੱਦਣ ਬਾਣੀ ਦੀ ਸਮਝ ਆਉਣ ਲੱਗੀ ਨਾ, ਇੱਕ ਇੱਕ ਅੱਖਰ ਤੇ ਮਰਦ ਨੇ ਚਪੇੜਾਂ ਸਾਡੇ ਮਾਰੀਆਂ ਹੋਈਆਂ ਨੇ। ਪੜ੍ਹੇ ਹੋ ਕਿਤੇ ਮਰਦ ਕਹਿੰਦੇ ਜਾਤ ਕਾ ਗਰਬ ਨਾ ਕਰੋ ਮੂਰਖ ਦਾ ਵਾਰ। ਗੁਰੂ ਸਾਹਿਬ ਨੇ 2 ਅਹੁਦੇ ਦਿੱਤੇ ਆ, ਜਿਹੜਾ ਕਹਿੰਦਾ ਮੈਂ ਜੱਟਾਂ, ਮੈਂ ਸੈਣੀ ਆ, ਮੈਂ ਕਬੋਜ ਆ। ਮਰਦ ਕਹਿੰਦੇ ਇਹ ਮੂਰਖ ਹੈ, ਇਹ ਗਵਾਰ ਹੈ, ਇਹ ਗਧਾ ਹੈ। 3 ਅਹੁਦੇ ਦਿੱਤੇ ਗੁਰੂ ਸਾਹਿਬ ਨੇ। ਹੁਣ ਆਪਾਂ ਸੋਚਣਾ ਵੀ ਸਾਨੂੰ ਕਿਹੜਾ ਪਸੰਦ ਹੈ, ਇਹਨਾਂ ਤੋਂ ਡੈਜਿਗਨੇਸ਼ਨ ਤੋਂ ਪਿੱਛੇ ਹੀ ਰਹਿਣਾ ਹੈ ਜਾਂ ਇਹ ਸਾਂਭਣੇ ਆ। ਗੁਰਮਤਿ ਦੀ ਕਸੌਟੀ ਬੜੀ ਖਰੀ ਤੇ ਬੜੀ ਕਰਾਰੀ ਹੈ। ਉਹਨਾਂ ਸਮਿਆਂ 'ਚ ਕਹਿੰਦੇ ਜਿਹੜੇ ਸ਼ੂਦਰ ਲੋਕ ਸੀ, ਉਹਨਾਂ ਨੂੰ ਬੜੀ ਦੂਰ ਟੈਂਟ ਲਾ ਕੇ ਰੋਟੀ ਖਵਾਈ ਗਈ। ਉਧਰ ਬ੍ਰਾਹਮਣ ਤੇ ਖੱਤਰੀ ਪੈਰ ਵੀ ਪਾਉਂਦੇ ਨਹੀਂ। ਛਤਰ ਬਰਨ ਕੀਰੇ ਕਰਨ ਫਿਰੇ, ਤੁਰਨ ਨਰਨ ਪਰਿਰੇ ਕਾਲ ਰੰਗ ਰਾਣ ਕੇ। ਸਤਿਗੁਰਾਂ ਦੇ ਪਿਤਾ ਜੀ ਨੇ ਆਪਣੇ ਵੱਲੋਂ ਇੱਥੇ ਬਹੁਤ ਵੱਡੀ ਪਾਰਟੀ ਕੀਤੀ, ਲੰਗਰ ਕੀਤਾ ਗਿਆ। ਕਹਿੰਦੇ ਲੋਕਾਂ ਨੂੰ ਉਹਨਾਂ ਦੀ ਜਾਤਾਂ ਮਜ਼ਹਬਾਂ ਦੇ ਮੁਤਾਬਕ ਰੋਟੀ ਕੀਤੀ ਗਈ। ਕਿਉਂਕਿ ਪਿੰਡਾਂ 'ਚ ਰੋਟੀਆਂ ਹੁੰਦੀਆਂ ਸੀ, ਹੁਣ ਵੀ ਹੁੰਦੀਆਂ, ਚਲੋ ਹੁਣ ਥੋੜਾ ਤਰੀਕਾ ਹੋਰ ਹੈ, ਉਦੋਂ ਹੋਰ ਸੀ। ਕਿਉਂਕਿ ਗੁਰੂ ਸਾਹਿਬ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆ ਕੇ ਇਸ ਝੂਠ ਨੂੰ ਕੱਢਣਗੇ, ਕਿਉਂਕਿ ਇਹਦੇ ਪਰਿਵਾਰ ਵਿੱਚ ਨੇ। ਅਜੇ ਸੱਚੇ ਪਾਤਸ਼ਾਹ ਨੇ ਉਦਾਸੀਆਂ ਵੱਲ ਕਦਮ ਨਹੀਂ ਚੁੱਕਿਆ। ਜਿੱਦਣ ਚੁੱਕਣਗੇ ਨਾ, ਫਿਰ ਆਹ ਚੀਜ਼ਾਂ ਨੂੰ ਸਤਿਗੁਰ ਲਾ ਸੁਣਨਗੇ। ਇਹ ਕਰਮਦਾਨ ਸੀ, ਇਹ ਪਖੰਡ ਸੀ। ਇੱਥੇ ਮਰਦ ਕਿਉਂ ਨਹੀਂ ਕੱਟਦੇ? ਕਿਉਂਕਿ ਗੁਰੂ ਸਾਹਿਬ ਇਨਵੋਲਵ ਨਹੀਂ ਨਾ, ਉਹ ਕਿਸੇ ਕੰਮ ਚ ਅੱਗੇ ਆਉਂਦੇ ਨੇ, ਬਹੁਤਾ ਪਿੱਛੇ ਹੀ ਰਹਿੰਦੇ ਨੇ। ਤੇ ਜਿੱਥੇ ਗੁਰੂ ਸਾਹਿਬ ਅੱਗੇ ਆਉਣਗੇ ਨਾ, ਫਿਰ ਉਹਨਾਂ ਨੇ ਜਿੱਡਾ ਮਰਜ਼ੀ ਕੋਈ ਵਿਦਵਾਨ ਸੀ, ਜਿੱਡਾ ਮਰਜ਼ੀ ਪੰਡਿਤ ਭਾਵੇਂ ਕੋਈ ਰਾਜਾ,
फिर कौड़ा सच बोलिया, झूठ नूं झूठ ही दसिया, पाप नूं पाप ही दसिया। ਜਦੋਂ ਕਹਿੰਦੇ ਸਭ ਨੂੰ ਰੋਟੀ ਕੀਤੀ ਗਈ, ਮਰਦ ਵੇਖ ਰਹੇ ਸੀ, ਨੋਟ ਕਰਦੇ ਸੀ ਵੀ ਇੱਥੇ ਵੀ ਆ ਕੁਝ ਹੁੰਦਾ ਹੈ, ਕਿਉਂਕਿ ਪਿਤਾ ਜੀ ਸਨਾਤਨ ਮਤ ਤੋਂ ਪ੍ਰਭਾਵਿਤ ਨੇ। ਇੱਥੇ ਵੀ ਬ੍ਰਾਹਮਣਾਂ ਦੀ ਪੂਜਾ ਸੀ, ਉਧਰ ਵੀ ਪੂਜਾ ਸੀ, ਉਧਰ ਸਹੁਰਾ ਪਰਿਵਾਰ, ਉਧਰ ਵੀ ਇਹੀ ਕੁਝ ਸੀ, ਕਿਉਂਕਿ ਇਹ ਹਿੰਦੂ ਪਰਿਵਾਰ ਨੇ, ਸਨਾਤਨੀ ਪਰਿਵਾਰ ਨੇ। ਸਿੱਖ ਧਰਮ ਦਾ ਆਗਾਜ਼ ਤੇ ਗੁਰੂ ਨਾਨਕ ਸਾਹਿਬ ਤੋਂ ਹੋਇਆ, ਗੁਰੂ ਸਾਹਿਬ ਦੀ ਦਿੱਤੀ ਹੋਈ ਦਿਖਿਆ ਤੋਂ ਸਿੱਖਿਆ ਤੋਂ ਹੋਇਆ, ਜੋ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆਉਣਗੀਆਂ। ਇਹ ਸਭ ਕੁਝ ਮਰਦ ਆਪ ਵੇਖ ਰਹੇ ਨੇ ਅੱਖੀਂ ਵੀ ਬੰਦੇ ਬੰਦੇ 'ਚ ਫਰਕ ਪਾਇਆ ਜਾਂਦਾ ਹੈ। ਇਨਸਾਨ ਤੇ ਉਹੀ ਹੈ, ਜਨਮ ਦੇਣ ਵਾਲੇ ਨੇ ਫਰਕ ਨਹੀਂ ਰੱਖਿਆ। ਜੇ ਉਹਨੇ ਫਰਕ ਰੱਖਿਆ ਹੁੰਦਾ, ਬ੍ਰਾਹਮਣ ਦੇ ਲਾਉਂਦਾ 5 ਲੱਤਾਂ ਤੇ 6 ਲਾਉਂਦਾ ਕੰਨ ਤੇ 2 ਲਾਉਂਦਾ ਸਿੰਘ, ਤੇ ਬਾਕੀਆਂ ਦੇ ਵੀ ਤੇ ਉਹੀ ਗੁਣ ਹੈ। ਜਦ ਕਿਸੇ ਨੂੰ ਭੀੜ ਪੈ ਜੇ ਨਾ, ਜਿੱਡਾ ਮਰਜੀ ਕੋਈ ਜੱਟ ਬਾਤ ਚ ਤੁਰਿਆ ਫਿਰਦਾ, ਜਿੱਡਾ ਮਰਜੀ ਹੋਵੇ, ਜਦ ਬੇਬੇ ਬਾਪੂ ਕਿਸੇ ਦਾ ਐਡਮਿਟ ਹੋਵੇ ਨਾ, ਫਿਰ ਉਹ ਖੂਨ ਲੱਭਦਾ ਫਿਰਦਾ ਹੈ। WhatsApp ਗਰੁੱਪ ਤੇ ਪਾਉਂਦੇ ਵੀ ਜੇ ਕਿਸੇ ਕੋਲ ਫਲਾਣਾ ਪੋਜ਼ਿਟਿਵ ਨੈਗੇਟਿਵ ਖੂਨ ਮਿਲ ਜੇ, ਉਹ ਤਾਂ ਨਹੀਂ ਪੁੱਛਦਾ ਵੀ ਜੱਟ ਸਾਹਿਬ ਦਾ ਜਾਂ ਦੂਜੇ ਦਾ, ਨਹੀਂ ਵੇਖਦਾ। ਵੇਖਦਾ ਕੋਈ ਜਾਤ ਨਹੀਂ ਵੇਖਦਾ। ਜਦ ਜਾਨ ਤੇ ਬਣੇ, ਫਿਰ ਜਾਤ ਨਹੀਂ ਵੇਖੀ ਜਾਂਦੀ। ਆ ਜਾਤਾਂ ਪਾਤਾਂ ਦਾ ਮਾਣ, ਪੂਰਾ ਹੰਕਾਰ ਹੈ, ਤੇ ਖਾਲੀ ਲੋਕ ਨੇ ਜਿਹੜੇ ਧਰਮ ਤੋਂ ਖਾਲੀ ਉਹੀ ਕਰਦੇ ਆ। ਵੀ ਉਹਨਾਂ ਸਮਿਆਂ 'ਚ ਬੇਸ਼ੱਕ ਸਤਿਗੁਰਾਂ ਦੇ ਪਿਤਾ ਜੀ ਨੇ, ਉਹਨਾਂ ਦਾ ਪਰਿਵਾਰ ਹੈ, ਉਹ ਕਰਮ ਕਾਂਡਾਂ 'ਚ ਵਸੇ ਹੋਏ ਆ। ਅੱਜ ਬੇਦੀ ਵੰਸ ਨੇ ਇਕੱਠੇ ਹੋ ਕੇ ਵੇਦਾਂ ਦਾ ਪਾਠ ਕੀਤਾ, ਵਿਚਾਰਾਂ ਕੀਤੀਆਂ। ਬ੍ਰਾਹਮਣ ਨੇ ਦੱਸਿਆ ਵੀ ਆਹ ਲੋਕਾਂ ਨੂੰ ਦੂਰ ਦੂਰ ਰੱਖਣਾ ਹੈ, ਕੋਈ ਬਰਾਤ ਦੇ ਨੇੜੇ ਨਾ ਆਵੇ, ਕਿਉਂਕਿ ਜੇ ਲੋਕ ਨੇੜੇ ਆਉਣਗੇ ਤੇ ਅਪਸ਼ਗਨ ਹੋ ਜਾਊਗਾ। ਉਹਨਾਂ ਨੇ ਕਿਰਿਆ ਕਰਮ ਕੀਤੇ ਗਏ। ਤੇ ਫਿਰ ਭਾਈ ਵੀਰ ਸਿੰਘ ਨੇ ਹੇਠਾਂ ਟਿੱਪਣੀ ਵੀ ਕੀਤੀ ਹੋਈ ਹੈ, ਕਵੀ ਭਾਈ ਸੰਤੋਖ ਸਿੰਘ ਨੇ ਵੀ ਕੀਤੀ ਹੈ ਟਿੱਪਣੀ, ਵੀ ਇਹ ਚੀਜ਼ਾਂ ਹੋਈਆਂ ਜ਼ਰੂਰ ਨੇ, ਦੱਸਣੀਆਂ ਜ਼ਰੂਰ ਨੇ। ਇਹ ਨਹੀਂ ਵੀ ਮੈਂ ਸਕਿੱਪ ਮਾਰ ਕੇ ਛੱਡਦਾ, ਕਿਉਂਕਿ ਲਿਖਿਆ ਤੇ ਹੈਗਾ। ਜੋ ਉਸ ਵੇਲੇ ਹੋਇਆ ਕਿਉਂ ਨਹੀਂ ਸੁਣਾਉਣਾ, ਹੋਇਆ। ਪਰ ਗੁਰੂ ਸਾਹਿਬ ਦੇ ਵਿਆਹ ਤੋਂ ਬਾਅਦ ਐਸਾ ਕੁਝ ਵੀ ਨਹੀਂ ਹੋਏਗਾ। ਇਹ ਆਏਗੀ ਅਸਲ ਗੱਲ, ਕਿਉਂਕਿ ਤੁਸੀਂ ਇੱਕ ਗੱਲ ਪੋਜ਼ਿਟਿਵ ਸੁਣਾਈ ਜਾਓ, ਜੇ ਪੋਜ਼ਿਟਿਵ ਦਾ ਨੈਗੇਟਿਵ ਨਹੀਂ ਦੱਸਿਆ ਤੇ ਪੋਜ਼ਿਟਿਵ ਦੀ ਕਦਰ ਹੋਏਗੀ। ਪਹਿਲਾਂ ਸਭ ਕੁਝ ਹੋਇਆ, ਕਿਉਂਕਿ ਮਰ ਜੱਗੇ ਨਹੀਂ। ਮੋਢੀ ਕੌਣ ਨੇ? ਉਧਰ ਗੁਰੂ ਸਾਹਿਬ ਦੇ ਪਿਤਾ ਜੀ ਦਾਦਾ ਸ਼ਿਵਰਾਮ ਜੀ, ਇੱਧਰ ਜੈਰਾਮ ਜੀ, ਉਹਨਾਂ ਦੇ ਪਿਤਾ ਪਰਮਾਨੰਦ ਜੀ, ਬਜ਼ੁਰਗ ਮੋਢੀ। ਉਹ ਆਪਣੀ ਮਤ ਦੇ ਮੁਤਾਬਕ ਕਿਰਿਆ ਕਰਮ ਕਰ ਰਹੇ ਨੇ। ਹੁਣ ਇੱਥੋਂ ਬਰਾਤ ਨੇ ਪੱਖੋਂ ਕੇ ਰੰਧਾਵੇ ਜਾਣਾ, ਉੱਥੇ ਕੀ ਕੁਝ ਹੋਣਾ ਹੈ, ਰਾਹ ਵਿੱਚ ਕੀ ਕੁਝ ਹੋਣਾ ਹੈ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਵਿਆਹ ਦੇ ਪ੍ਰਸੰਗਾਂ ਨੂੰ ਆਰੰਭ ਕੀਤਾ ਹੈ। ਅਨੋਖੇ ਵਿਆਹ ਨੂੰ ਆਪਾਂ ਸਰਵਣ ਕਰਨਾ ਹੈ। ਬੜਾ ਆਨੰਦ ਹੈ ਇਹਨਾਂ ਪ੍ਰਸੰਗਾਂ 'ਚ, ਕਿਉਂਕਿ ਕਵੀ ਨੇ ਹਰ ਫੁਲਵਾੜੀ ਦਾ ਆਪਣਾ ਆਪਣਾ ਰੰਗ ਪੇਸ਼ ਕੀਤਾ ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਕਥਾ ਇਸ ਤਰੀਕੇ ਨਾਲ ਉਹਨਾਂ ਨੇ ਬਿਆਨ ਕੀਤੀ ਆ ਵੀ ਇੱਕ ਇੱਕ ਸਮੇਂ ਦੀ ਕੀ ਗੱਲਬਾਤ ਹੋਈ, ਕਿਵੇਂ ਤਿਆਰੀਆਂ ਹੋਈਆਂ, ਕੌਣ ਆਇਆ, ਕੌਣ ਗਿਆ, ਕਦ ਕਿਹੜੀ ਗੱਲ ਹੋਈ। ਮਰਦ ਕਿਰਪਾ ਕਰਨ ਆਪਾਂ ਹਿੱਸਾ ਬਣ ਕੇ ਇਸੇ ਤਰ੍ਹਾਂ ਆਨੰਦ ਮਾਣਦੇ ਰਹੀਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।